ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਬੰਦੋਂ ਕਰ ਅਨਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਜੋ ਮਿਲ ਕੇ ਸੋ ਕਰੇ ਘਰ ਬੈਠਰ ਜੀਵ ਧਿਆਨ। ਜੋ ਮਰ ਕੇ ਸੋ ਕਰੇ ਘਰ ਬੈਠਰ ਜੀਵ ਕਹਾਨ। ਬਨੇ ਇੱਕ ਬਾਰੀ ਦੋਨੋਂ ਵੀਰ ਲੈ ਦਲ ਕੋ ਕਮੀਆਂ, ਮੇਰਾ ਧਿਆਨ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀ ਕੁਲ ਆਲਮ ਪਤਤ ਪਾਵਨ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ
ਕਲਯੁਗੀ ਜੀਵਾਂ ਨੂੰ ਤਾਰਨਹਾਰੇ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਸ਼ੇਖਰਟਾ ਸਾਹਿਬ ਜੀ ਵਿਖੇ ਅਦਬ ਭਾਵਨਾ ਸਹਿਤ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਗੁਰੂ ਕੇ ਪਿਆਰੇ ਸੇਵਾ ਸਤ ਸੰਗਤ ਦੇ ਰਾਹੀਂ ਆਪਣੀਆਂ ਘੜੀਆਂ ਨੂੰ ਸਫਲਾ ਕਰ ਰਹੇ ਹਨ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਸਭਨਾਂ ਦੀ ਯਾਤਰਾ ਸਫਲੀ ਕਰਨ। ਆਓ ਸਮਾਂ ਹੋ ਚੁੱਕਾ ਹੈ। ਸ਼ਾਮ ਵੇਲੇ ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਲੜੀਵਾਰ ਗੁਰ ਇਤਿਹਾਸ ਸਰਵਣ ਕਰਦੇ ਹਾਂ। ਛੇਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨ 'ਤੇ ਬੈਠੇ ਹਾਂ ਔਰ ਛੇਵੇਂ ਸਤਿਗੁਰਾਂ ਦਾ ਹੀ ਜਿਹੜਾ ਜੀਵਨ ਹੈ ਆਪਾਂ ਲਗਾਤਾਰ ਸਰਵਣ ਕਰਦੇ ਆ ਰਹੇ ਹਾਂ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਬਹੁਤ ਵੱਡਾ ਚੌਥਾ ਆਪਣੇ ਜੀਵਨ ਦਾ ਜਿਹੜਾ ਜੰਗ ਹੈ ਉਹ ਲੜ ਰਹੇ ਹਨ। ਗੁਰੂ ਘਰ ਦਾ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦਾ ਸੇਵਕ ਪੈਂਦੇ ਖਾਂ ਜਿਹੜਾ ਗੁਰੂ ਘਰ ਦਾ ਵਿਰੋਧੀ ਬਣਿਆ ਹੈ ਤੇ ਜਾ ਕਰਕੇ ਬਾਦਸ਼ਾਹ ਦੀ ਬਹੁਤ ਤਗੜੀ ਫੌਜ ਲੈ ਕਰਕੇ ਆਇਆ ਤੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਲੱਖ ਦੇ ਕਰੀਬ ਜਿਹੜੀ ਫੌਜ ਹੈ ਬਾਦਸ਼ਾਹ ਸ਼ਾਹਜਹਾਨ ਦੀ ਕਾਲੇ ਖਾਨ ਦੀ ਅਗਵਾਈ ਦੇ ਵਿੱਚ ਫੌਜ ਆਈ ਹੈ ਤੇ ਤਗੜਾ ਘਮਸਾਨ ਦਾ ਜਿਹੜਾ ਯੁੱਧ ਹੈ ਆਰੰਭ ਹੋਇਆ ਹੈ। ਪਹਿਰ ਰਾਤ ਰਹਿੰਦੇ ਤੋਂ ਇਹ ਚੌਥਾ ਜੰਗ ਸ਼੍ਰੀ ਕਰਤਾਰਪੁਰ ਸਾਹਿਬ ਜੀ ਦਾ ਆਰੰਭ ਹੋਇਆ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਸਤਿਗੁਰਾਂ ਦੇ ਯੋਧੇ ਬਾਬਾ ਬਿਧੀ ਚੰਦ ਜੀ, ਸਤਿਗੁਰਾਂ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਗੁਰੂ ਤੇਗ ਬਹਾਦਰ ਜੀ ਔਰ ਇਸੇ ਤਰ੍ਹਾਂ ਗੁਰੂ ਕੇ ਹੋਰ ਜਰਨੈਲ ਬਾਬਾ ਅਮੀਆਂ ਜੀ, ਬਾਬਾ ਮੇਹਰਾ ਜੀ, ਬਾਬਾ ਲੱਖੂ ਜੀ, ਇਹ ਸਾਰੇ ਯੋਧੇ ਸਤਿਗੁਰਾਂ ਦੇ ਸੈਨਾਪਤੀ ਹਨ। ਗੁਰੂ ਕੀ ਸੈਨਾ ਦੀ ਤਰਫੋਂ ਲੜ ਰਹੇ ਸਨ। ਵੱਡਾ ਇਹਨਾਂ ਨੇ ਯੁੱਧ ਕੀਤਾ ਹੈ ਤੇ ਪਾਸਾ ਜੰਗ ਵਾਲਾ ਸਤਿਗੁਰਾਂ ਵਾਲੇ ਪਾਸੇ ਹੈ। ਕਹਿਣ ਤੋਂ ਭਾਵ ਬਾਦਸ਼ਾਹ ਦੀ ਬਹੁਤ ਵੱਡੀ ਫੌਜ ਦਾ ਨੁਕਸਾਨ ਹੋ ਚੁੱਕਾ ਹੈ। ਉਧਰ ਬਾਦਸ਼ਾਹ ਦੀ ਜਿਹੜੀ ਵੱਡੀ ਫੌਜ ਹੈ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਅਨਵਰ ਖਾਂ ਮਾਰਿਆ ਗਿਆ ਜਰਨੈਲ। ਉਸ ਤੋਂ ਬਾਅਦ ਵਿੱਚ ਜਰਨੈਲ ਪੈਂਦੇ ਖਾਂ ਮਾਰਿਆ ਗਿਆ ਹੈ ਔਰ ਉਸ ਤੋਂ ਬਾਅਦ ਅਸਮਾਨ ਖਾਂ ਜਿਹੜਾ ਜਰਨੈਲ ਹੈ ਉਹ ਮਾਰਿਆ ਗਿਆ ਹੈ। ਹੁਣ ਬਾਦਸ਼ਾਹ ਦੀ ਫੌਜ ਦੇ ਕੇਵਲ 2 ਯੋਧੇ ਬਚੇ ਹਨ, ਜੋ 2 ਜਰਨੈਲ ਬਚੇ ਹਨ। ਇੱਕ ਤਾਂ ਫੌਜ ਦਾ ਮੁਖੀ ਖੁਦ ਜਿਹੜਾ ਕਾਲੇ ਖਾਂ ਉਹ ਹੈ ਜਿਹੜਾ ਪਿਸ਼ੌਰ ਦਾ ਸੂਬੇਦਾਰ ਵੀ ਸੀਗਾ ਤੇ ਇੱਕ ਇਹਦੇ ਨਾਲ ਹੋਰ ਯੋਧਾ ਜਿਹੜਾ ਜਲੰਧਰ ਦਾ ਸੂਬੇਦਾਰ ਹੈ ਕੁਤਬ ਖਾਂ, ਇਹ ਬਚਿਆ ਹੋਇਆ ਹੈ। 2 ਬਚ ਗਏ ਹਨ ਤੇ ਜਦੋਂ ਸਤਿਗੁਰਾਂ ਨੇ ਪੈਂਦੇ ਖਾਂ ਤੇ ਪੈਂਦੇ ਖਾਂ ਦੇ ਦਮਾਦ ਅਸਮਾਨ ਖਾਨ ਦਾ ਛੇਵੇਂ ਪਾਤਸ਼ਾਹ ਜੀ ਨੇ ਅੰਤ ਕੀਤਾ ਹੈ। ਛੇਵੇਂ ਪਾਤਸ਼ਾਹ ਜੀ ਦੇ ਹੱਥੋਂ ਪੈਂਦੇ ਖਾਂ ਮਾਰਿਆ ਗਿਆ ਜਿਹੜਾ ਬੜਾ ਹੰਕਾਰੀ ਸੀਗਾ ਤੇ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਅਸਮਾਨ ਖਾਂ ਮਾਰਿਆ ਗਿਆ ਹੈ ਤੇ ਫੌਜ ਥੋੜੀ ਕੋ ਬਚੀ ਹੈ। ਵੱਡੀ ਫੌਜ ਦਾ ਅੰਤ ਹੋ ਗਿਆ ਬਾਦਸ਼ਾਹ ਦੀ ਦਾ। ਹੁਣ ਇਹ ਡਰੇ ਹੋਏ ਇੱਕ ਵਾਰੀ ਪਿੱਛੇ ਖੜ ਗਿਆ ਜਾ ਕਰਕੇ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਪਕੜਨਾ ਹੁਣ ਮੁਸ਼ਕਲ ਹੈ। ਹੁਣ ਛੇਵੇਂ ਪਾਤਸ਼ਾਹ ਜੀ ਨੇ ਜਿਹੜਾ ਬਾਦਸ਼ਾਹ ਦੇ ਨਾਲ ਵਾਅਦਾ ਕਰਕੇ ਤੁਰੇ ਸੀ, ਹੇ ਬਾਦਸ਼ਾਹ ਅਸੀਂ ਛੇਵੇਂ ਪਾਤਸ਼ਾਹ ਜੀ ਨੂੰ ਇੰਨਾ ਤਗੜਾ ਦਲ ਲੈ ਕੇ ਚੱਲੇ ਹਾਂ, ਛੇਵੇਂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਤੁਹਾਡੇ ਕਦਮਾਂ 'ਚ ਲੈ ਕੇ ਆਵਾਂਗੇ। ਹੁਣ ਗ੍ਰਿਫਤਾਰ ਕਰਨ ਦੀ ਗੱਲ ਤਾਂ ਦੂਰ ਦੀ ਹੈ, ਪਾਤਸ਼ਾਹ ਜੀ ਦਾ ਵਾਲ ਵਿੰਗਾ ਵੀ ਨਹੀਂ ਕਰ ਸਕੇ। ਕਹਿ ਰਹੇ ਸਨ ਜਾਂ ਤਾਂ ਸਤਿਗੁਰਾਂ ਨੂੰ ਗ੍ਰਿਫਤਾਰ ਕਰਾਂਗੇ
ਜਾਂ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦੇਵਾਂਗੇ, ਪਰ ਗੱਲ ਕੋਈ ਵੀ ਨਹੀਂ ਬਣੀ ਹੈ। ਹੁਣ ਇਹਨਾਂ ਨੇ ਸੋਚਿਆ, ਕਾਲੇ ਖਾਂ ਨੇ ਪੁੱਛਿਆ ਕੁਤਬ ਖਾਂ ਨੂੰ ਕੀ ਕਰਨਾ ਚਾਹੀਦਾ ਹੈ। ਫਿਰ ਸਲਾਹ ਇਹ ਹੋਈ ਹੈ ਕਿ ਭਾਈ ਜੇ ਤਾਂ ਵਾਪਸ ਪਰਤੇ ਬਾਦਸ਼ਾਹ ਨੂੰ ਜਾ ਕਰਕੇ ਕੀ ਮੂੰਹ ਦਿਖਾਵਾਂਗੇ, ਮਖੌਲ ਕਰਨਗੇ, ਬੇਇੱਜ਼ਤੀ ਹੋਏਗੀ। ਏਡੀ ਵੱਡੀ ਸੈਨਾ ਲੈ ਕਰਕੇ ਆਏ ਸੀ, ਸੈਨਾ ਦਾ ਅੰਤ ਹੋ ਗਿਆ, ਕੀ ਮੂੰਹ ਦਿਖਾਵਾਂਗੇ, ਲੋਕ ਕੀ ਕਹਿਣਗੇ, ਬਾਕੀ ਸੂਰਬੀਰ ਯੋਧੇ ਬਹਾਦਰ ਕੀ ਆਖਣਗੇ। ਇਸ ਕਰਕੇ ਵਾਪਸ ਜਾਣਾ ਠੀਕ ਨਹੀਂ ਹੈ। ਕਾਲੇ ਖਾਂ ਨੇ ਵੰਗਾਰਿਆ ਹੈ, ਕਹਿਣ ਲੱਗਾ ਕਿ ਭਾਈ ਤੁਸੀਂ ਪਠਾਣਾਂ ਦੇ, ਤੁਸੀਂ ਮੁਗਲਾਂ ਦੇ, ਤੁਸੀਂ ਸਯਾਦਾਂ ਦੇ ਪੁੱਤਰ ਹੋ, ਵੱਡੇ ਵੱਡੇ ਸਯਦ ਜਿਹੜੇ ਤੁਹਾਡੇ ਘਰਾਣੇ, ਉਹਨਾਂ ਦੀ ਤੁਸੀਂ ਵੰਸ਼ ਹੋ, ਉਹਨਾਂ ਨੇ ਕਦੇ ਦਾਗ ਨਹੀਂ ਲੱਗਣ ਦਿੱਤਾ। ਜਦੋਂ ਵੀ ਬਾਦਸ਼ਾਹ ਨੂੰ ਲੋੜ ਪਈ ਹੈ ਉਹਨਾਂ ਅੱਗੇ ਹੋ ਕੇ ਜੰਗ ਲੜੇ ਹਨ ਅਤੇ ਜਿੱਤ ਕੇ ਵੀ ਦਿਖਾਏ ਹਨ। ਅੱਜ ਜੇ ਸਾਡੇ ਵਿੱਚੋਂ ਅਸੀਂ ਖਾਲੀ ਹੱਥ ਵਾਪਸ ਚਲੇ ਗਏ ਅਤੇ ਸਾਡੀ ਕੁੱਲ ਨੂੰ ਦਾਗ ਲੱਗ ਜਾਏਗਾ। ਲੋਕ ਕਿਆ ਕਰਨਗੇ, ਇਹ ਬਾਦਸ਼ਾਹ ਦੀ ਫੌਜ ਦੇ ਵਿੱਚੋਂ ਪਿੱਠ ਦੇ ਕੇ ਭੱਜ ਗਏ ਸਨ। ਇਸ ਕਰਕੇ ਸਾਨੂੰ ਹੁਣ ਜੰਗ ਦੇ ਮੈਦਾਨ ਦੇ ਵਿੱਚੋਂ ਵਾਪਸ ਨਹੀਂ ਜਾਣਾ ਚਾਹੀਦਾ ਅਤੇ ਇੱਜ਼ਤ ਆਪਣੇ ਵੰਸ਼ ਦੀ ਕੁੱਲ ਦੀ ਬਚਾਉਣੀ ਚਾਹੀਦੀ ਹੈ। ਅਤੇ ਜਾਂ ਫਿਰ ਕਾਲੇ ਖਾਂ ਨੇ ਆਖਿਆ ਕਿ ਗਾਂ ਤੋਂ ਜੰਗ ਕਰਨ ਦਾ, ਜਿਹੜਾ ਨੌਕਰੀ ਕਰਨ ਦਾ, ਬਾਦਸ਼ਾਹ ਦੀ ਸੈਨਾ ਦੇ ਵਿੱਚ ਰਹਿਣ ਦਾ ਜਿਹੜਾ ਖਿਆਲ ਛੱਡ ਕੇ ਘਰਾਂ ਦੇ ਵਿੱਚ ਆਪਣੇ ਕੰਮ ਕਰ ਲਓ, ਮਿਹਨਤ ਮਜ਼ਦੂਰੀ ਕਰ ਲਓ ਅਤੇ ਸ਼ਸਤਰ ਨੂੰ ਗਾਂ ਹੱਥ ਨਾ ਲਾਇਓ ਜੇ ਜੰਗ ਦੇ ਮੈਦਾਨ ਦੇ ਵਿੱਚ ਪਿੱਠ ਦਿਖਾਉਣੀ ਹੈ। ਹੁਣ ਜਿਹੜੀ ਜਿੰਨੀ ਕੋ ਬਚੀ ਖੁਚੀ ਕੁਝ ਸੈਨਾ ਸੀਗੀ, ਸਾਰੀ ਨੂੰ ਜਦੋਂ ਇਕੱਠਿਆ ਕੀਤਾ ਗਿਆ ਅਤੇ ਵੰਗਾਰਿਆ ਕਾਲੇ ਖਾਂ ਨੇ ਕਿ ਭਾਈ ਜਾਂ ਤਾਂ ਸਾਹਮਣੇ ਮੌਤ ਹੈ, ਜਾਂ ਤਾਂ ਮਰ ਜਾਈਏ, ਅਤੇ ਜਾਂ ਫਿਰ ਪਾਤਸ਼ਾਹ ਜੀ ਦਾ ਜਿਹੜਾ ਬਚਿਆ ਹੋਇਆ ਦਾਲਿਆ ਨਾ, ਉਹ ਸਾਹਮਣੇ ਸਤਿਗੁਰਾਂ ਦੇ ਯੋਧੇ ਹਨ, ਜਾਂ ਤਾਂ ਸਤਿਗੁਰਾਂ ਦੇ ਜਿੱਤ ਪ੍ਰਾਪਤ ਕਰ ਲਈਏ ਜਾਂ ਮਰ ਜਾਈਏ, ਕਿਉਂਕਿ ਵਾਪਸ ਜਾਣਾ ਸਾਡੇ ਵਾਸਤੇ ਠੀਕ ਨਹੀਂ ਹੈ। ਜੇ ਅਸੀਂ ਵਾਪਸ ਗਏ ਵੀ ਅਤੇ ਅਗਾਂਹ ਕਾਲੇ ਖਾਂ ਨੇ ਸੋਚਿਆ ਬਾਦਸ਼ਾਹ ਸਾਨੂੰ ਨਹੀਂ ਬਖਸ਼ੇਗਾ, ਬੜੇ ਬੜੇ ਤਗੜੇ ਇਨਾਮ ਦੇ ਕੇ ਅਤੇ ਏਡੀ ਤਗੜੀ ਸੈਨਾ ਦੇ ਕੇ ਭੇਜਿਆ ਹੈ। ਇਸ ਕਰਕੇ ਸਾਰੇ ਇਹ ਤਗੜਾ ਟੋਲਾ ਬਣਾ ਕਰਕੇ, ਤਗੜੀ ਸੈਨਾ ਗੰਢ ਕੇ ਜਿਹੜੀ ਬਚੀ ਹੋਈ ਹੈ ਉਹਨਾਂ ਨੂੰ ਨਾਲ ਲੈ ਕਰਕੇ ਕਾਲੇ ਖਾਂ ਅਤੇ ਕੁਤਬ ਖਾਂ, ਦੋ ਜਿਹੜੇ ਜਰਨੈਲ, ਇਹ ਅੱਗੇ ਵਧੇ ਹਨ। ਇਹਨਾਂ ਨੂੰ ਅੱਗੇ ਵੱਧਦਿਆਂ ਦੇਖ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਤਿਆਰੀ ਕੀਤੀ ਹਨ। ਦੁਬਾਰਾ ਭੱਥਿਆਂ ਦੇ ਵਿੱਚ ਤੀਰ ਭਰੇ ਗਏ, ਬਾਬਾ ਬਿਧੀ ਚੰਦ ਜੀ ਨੂੰ ਅੱਗੇ ਲਾਇਆ ਹੈ ਅਤੇ ਭਾਈ ਮਹਿਰਾ ਜੀ ਅਤੇ ਭਾਈ ਅਮੀਆਂ ਜੀ ਅੱਗੇ ਹੋਏ ਹਨ। ਬਾਬਾ ਗੁਰਦਿੱਤਾ ਜੀ ਜਿੱਥੇ ਜੰਗ ਦੇ ਮੈਦਾਨ ਦੇ ਵਿੱਚ ਹਨ, ਉੱਥੇ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਸੂਰਜਮਲ ਜੀ ਇਸ ਜੰਗ ਦੇ ਮੈਦਾਨ ਦੇ ਵਿੱਚ ਲੜੇ ਹਨ। ਇਹ ਉਹੀ ਜੰਗ ਹੈ ਜਦੋਂ ਫਿਰ ਛੇਵੇਂ ਪਾਤਸ਼ਾਹ ਜੀ ਆਪਣੇ ਸਪੁੱਤਰ ਤਿਆਗ ਮੱਲ ਜੀ ਦਾ ਨਾਮ ਬਦਲ ਕੇ ਅਤੇ ਗੁਰੂ ਤੇਗ ਬਹਾਦਰ ਰੱਖਦੇ ਹਨ। ਇਹ ਉਹੀ ਜੰਗ ਸੀਗਾ। ਰਹੋ ਵਿਚਾਰ, ਹੁਣ ਗੁਰੂ ਕੇ ਸਪੁੱਤਰ ਅੱਗੇ ਡਟੇ ਹੋਏ ਹਨ ਔਰ ਇਸੇ ਤਰ੍ਹਾਂ ਗੁਰੂ ਕੇ ਜਰਨੈਲ ਜੰਗ ਦੇ ਮੈਦਾਨ ਦੇ ਵਿੱਚ ਸਵੇਰ ਤੋਂ ਤਕਰੀਬਨ ਜਿਹੜੀ ਸਵਾ ਕੁ ਪੈਰ ਜਿਹੜੀ ਰਾਤ ਰਹਿੰਦੀ ਸੀਗੀ, ਕਹਿਣ ਤੋਂ ਭਾਵ ਕਿ 3 ਵਜੇ ਦੇ ਕਰੀਬ, 4 ਵਜੇ ਦੇ ਕਰੀਬ ਜੰਗ ਜਿਹੜਾ ਉਹ ਆਰੰਭ ਹੋ ਗਿਆ ਸੀਗਾ। ਹੁਣ ਲਗਾਤਾਰ ਜੰਗ ਹੋ ਰਿਹਾ ਹੈ ਅਤੇ ਦੁਪਹਿਰ ਜਿਹੜੀ ਹੈ ਉਹ ਇਸ ਵੇਲੇ ਦੁਪਹਿਰ ਦਾ ਸਮਾਂ ਹੈ ਅਤੇ ਬਚੀ ਹੋਈ ਜਿਹੜੀ ਬਾਦਸ਼ਾਹ ਦੀ ਫੌਜ ਹੈ ਅਤੇ ਰਲ ਕੇ ਉਹਨਾਂ ਨੇ ਜੋਸ਼ ਦੇ ਵਿੱਚ ਆ ਕਰਕੇ ਤਗੜਾ ਗੁਰੂ ਕੀ ਸੈਨਾ 'ਤੇ ਜਿਵੇਂ ਹਮਲਾ ਕੀਤਾ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਕਿਵੇਂ ਜਵਾਬ ਦਿੰਦੇ ਹਨ ਅਤੇ ਬਚੀ ਹੋਈ ਸੈਨਾ ਦਾ ਕਿਵੇਂ ਮੁਕਾਬਲਾ ਕਰਦੇ ਹਨ ਆਪਣੇ ਯੋਧਿਆਂ ਦੇ ਨਾਲ। ਆਓ ਵਿਸਥਾਰ ਸਹਿਤ 1 ਲੱਖ ਦੇ ਕਰੀਬ ਜਿਹੜੀ ਸੈਨਾ ਸੀਗੀ, ਸਤਿਗੁਰਾਂ ਦੇ ਕੁਝ ਕੁ ਯੋਧਿਆਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਚੌਥੇ ਜੰਗ ਦੇ ਵੇਲੇ ਕਿਵੇਂ ਅੰਤ ਕੀਤਾ ਹੈ, ਅਗਲਾ ਇਤਿਹਾਸ ਸਰਵਣ ਕਰਦੇ ਹਾਂ। ਇੱਕ ਵਾਰੀ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮਰ ਕੇ ਸੋ ਪਰੇ ਘਰ, ਭੈ ਪਰ ਜੀਵ ਧਿਆਨ ਮਿਲੇ ਤੁਮਾਰੀ। ਤੇ ਕਵੀ ਜੀ ਲਿਖਦੇ ਹਨ, ਜਿਹੜੇ ਤਾਂ ਮਰ ਗਏ ਉਹ ਧਰਤੀਆਂ 'ਤੇ ਟੁਕੜੇ ਹੋ ਕੇ ਪਏ ਹਨ, ਅਤੇ ਕਾਲੇ ਖਾਂ ਨੇ ਜਿਹੜੇ ਬਚ ਗਏ ਸਾਨੂੰ ਸਾਰਿਆਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਦੇ ਗੱਲਾਂ ਕਰਕੇ ਕਈ ਤਰ੍ਹਾਂ ਦੀਆਂ ਉਹਨਾਂ ਦੇ ਅੰਦਰ ਦੁਬਾਰਾ ਜਿਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਸਨ, ਹੁਣ ਤਾਂ ਨਿਰੀ ਮੌਤ ਹੈ। ਜੰਗ ਦਾ ਪਾਸਾ ਤਾਂ ਪਲਟ ਚੁੱਕਾ ਹੈ, ਗੁਰੂ ਕਾ ਦਲ ਜਿਹੜਾ ਤਕਰੀਬਨ ਜਿੱਤ ਚੁੱਕਿਆ ਹੈ। ਸਾਡਾ ਤਾਂ ਹੁਣ ਜੰਗ ਦੇ ਮੈਦਾਨ ਦੇ ਵਿੱਚ ਤਕਰੀਬਨ ਮਰਨਾ ਹੀ ਤੈਅ ਹੈ।
ਜਿੱਤ ਤਾਂ ਸਾਡੇ ਕੋਲ ਹੋਣੀ ਨਹੀਂ, ਪਰ ਕਾਲੇ ਖਾਂ ਨੇ ਵੰਗਾਰਿਆ ਕਿ ਭਾਈ ਜੇਕਰ ਤੁਸੀਂ ਤਗੜੇ ਹੋ ਕੇ ਇੱਕ ਹਮਲਾ ਕਰ ਦਿਓ, ਜੇ ਸਾਡਾ ਦਾਅ ਪੈ ਗਿਆ ਤੇ ਜਿੱਤਿਆ ਵੀ ਜਾ ਸਕਦਾ, ਤੇ ਜੇ ਜਿੱਤ ਗਏ ਸਾਡੀ ਜਾਨ ਵੀ ਬਚ ਜਾਏਗੀ, ਸਾਡੀ ਇੱਜ਼ਤ ਵੀ ਰਹਿ ਜਾਏਗੀ, ਤੇ ਬਾਦਸ਼ਾਹ ਦੇ ਘਰ ਦੇ ਵਿੱਚੋਂ ਇਨਾਮ ਵੀ ਮਿਲ ਜਾਣਗੇ। ਹੁਣ ਇਸ ਕਰਕੇ ਆਪਣੀ ਜਾਨ ਬਚਾਉਣ ਵਾਸਤੇ, ਇੱਜ਼ਤ ਬਚਾਉਣ ਵਾਸਤੇ ਕਾਲੇ ਖਾਂ ਤੇ ਕੁਤਬ ਖਾਂ ਨੇ ਇੱਕ ਤਗੜਾ ਸਿਖਰ ਵਾਲਾ ਅੰਤ ਵਾਲਾ ਜਿਹੜਾ ਹਮਲਾ ਹੈ ਉਹ ਗੁਰੂ ਕੇ ਦਲ ਦੇ ਉੱਪਰ ਕੀਤਾ ਹੈ। ਕਹਿਣ ਲੱਗੇ ਜਿਹੜੇ ਮਰ ਗਏ ਉਹ ਤਾਂ ਧਰਤੀ ਤੇ ਪਏ, ਜਿਹੜੇ ਬਚ ਗਏ ਹਨ ਉਹ ਇਕੱਠੇ ਹੋ ਕੇ ਇੱਕ ਵਾਰੀ ਮਿਲ ਕੇ ਬੜੀ ਤੇਜ਼ੀ ਦੇ ਨਾਲ ਅੱਗੇ ਆਏ ਹਨ। ਤੇ ਹੁਣ ਗੁਰੂ ਕੇ ਦੋ ਮਹਾਨ ਜਰਨੈਲ ਭਾਈ ਅਮੀਆਂ ਜੀ ਤੇ ਭਾਈ ਮਹਿਰਾ ਜੀ, ਇਹ ਇਹਨਾਂ ਦੇ ਅੱਗੇ ਡਟ ਗਏ ਹਨ। ਜਿਹੜਾ ਇੱਕ ਦਲ ਬਹੁਤ ਤੇਜ਼ੀ ਦੇ ਨਾਲ ਅੱਗੇ ਵਧਿਆ ਹੈ, ਭਾਈ ਅਮੀਆਂ ਜੀ ਤੇ ਭਾਈ ਮਹਿਰਾ ਜੀ, ਇਹ ਸੁਬਾਹ ਤੋਂ ਇੱਕ ਪਾਸੇ ਦੋਨੋਂ ਇਕੱਠੇ ਰਹਿ ਕਰਕੇ ਦੁਸ਼ਮਣਾਂ ਦਾ ਮੁਕਾਬਲਾ ਕਰ ਰਹੇ ਸਨ। ਇਹ ਤਿਆਰ ਬਰ ਤਿਆਰ ਹੋ ਕੇ ਹਥਿਆਰ ਧਾਰਨ ਕਰਕੇ ਛੇਵੇਂ ਪਾਤਸ਼ਾਹ ਜੀ ਤੋਂ ਆਗਿਆ ਲੈ ਕਰਕੇ ਇਸ ਦਲ ਦਾ ਟਾਕਰਾ ਕਰ ਰਹੇ ਹਨ। ਤੇ ਇੱਕ ਵਾਲੀ ਜਿਹੜਾ ਬਹੁਤ ਵੱਡਾ ਦਲ ਆ ਕਰਕੇ ਪਿਆ ਹੈ, ਉਹਨਾਂ ਦੇ ਉੱਪਰ ਗੋਲੀਆਂ ਦਾ ਤੇ ਤੀਰਾਂ ਦਾ ਭਾਈ ਅਮੀਆਂ ਜੀ ਦੇ ਤੇ ਭਾਈ ਮਹਿਰਾ ਜੀ ਦੇ ਦਲ ਨੇ ਮੀਂਹ ਵਰਾ ਦਿੱਤਾ। ਇਹ ਗੁਰੂ ਘਰ ਦੇ ਸੈਨਾਪਤੀ ਹਨ। ਕਹਿਣ ਲੱਗੇ ਕਿ ਇਹਨਾਂ ਨੇ ਹਥਿਆਰ ਧਾਰਨ ਕੀਤੇ ਹਨ। ਤੇ ਅਗਲਾ ਜਿਹੜਾ ਇੱਕਦਮ ਜਿਹੜਾ ਦਰਿਆ ਦੀ ਤਰ੍ਹਾਂ, ਇੱਕ ਸਮੁੰਦਰ ਦੀ ਤਰ੍ਹਾਂ, ਜਿਸ ਤਰ੍ਹਾਂ ਸਮੁੰਦਰ ਕਿਨਾਰਿਆਂ ਨੂੰ ਕਈ ਵਾਰੀ ਤੋੜ ਕੇ ਬਾਹਰ ਆਉਂਦਾ ਹੈ, ਇਸ ਤਰ੍ਹਾਂ ਇੱਕਦਮ ਜਿਹੜਾ ਤੇਜ਼ੀ ਦੇ ਨਾਲ ਦਲ ਵਧਿਆ ਹੈ, ਉਹਨੂੰ ਇਹਨਾਂ ਨੇ ਰੋਕਿਆ ਹੈ, ਉਹਦਾ ਮੁਕਾਬਲਾ ਕੀਤਾ ਹੈ। ਤੇ ਹੁਣ ਘੋੜਿਆਂ ਦੀ ਧੂੜ ਦੇ ਨਾਲ ਆਪਾਂ ਵਿਸਥਾਰ ਸਹਿਤ ਕੱਲ੍ਹ ਵੀ ਸਰਵਣ ਕਰ ਰਹੀ, ਅਖੀਰਲਾ ਦਲ ਇੰਨੀ ਤੇਜ਼ੀ ਦੇ ਨਾਲ ਵਧਿਆ ਹੈ ਕਿ ਘੋੜਿਆਂ ਦੀਆਂ ਪੌੜਾਂ ਦੇ ਨਾਲ, ਪੈਰਾਂ ਦੇ ਨਾਲ ਧੂੜ ਉੱਡ ਉੱਡ ਕੇ ਤੇ ਉਹਨਾਂ ਨੇ ਅਸਮਾਨ ਨੂੰ ਢੱਕ ਲਿਆ। ਤਕਰੀਬਨ ਘੋਪਾ ਹਨੇਰੇ ਦੇ ਵਾਂਗ ਹੋ ਚੁੱਕਾ ਹੈ। ਜਿਸ ਤਰ੍ਹਾਂ ਮੀਂਹ ਪੈਣ ਤੋਂ ਪਹਿਲਾਂ ਤੇਜ਼ ਕਾਲੀਆਂ ਘਟਾਂ ਜਿਹੜੀਆਂ ਆ ਕਰਕੇ ਧਰਤੀ ਨੂੰ ਢੱਕ ਲੈਂਦੀਆਂ ਹਨ ਤੇ ਹਨੇਰਾ ਛਾ ਜਾਂਦਾ ਹੈ, ਉਸੇ ਤਰ੍ਹਾਂ ਜੰਗ ਦੇ ਮੈਦਾਨ ਦਾ ਹਾਲ ਹੋਇਆ ਹੈ। ਤੇ ਹੁਣ ਤਲਵਾਰਾਂ ਦੇ ਉੱਪਰ ਜਦੋਂ ਤਲਵਾਰਾਂ ਵੱਜਦੀਆਂ ਹਨ ਤੇ ਚੰਗਿਆੜੇ ਨਿਕਲਦੇ ਹਨ, ਗੋਲੀਆਂ ਦੇ ਵਿੱਚੋਂ, ਬੰਦੂਕਾਂ ਦੇ ਵਿੱਚੋਂ ਜਦੋਂ ਗੋਲੀਆਂ ਨਿਕਲਦੀਆਂ ਹਨ ਤੇ ਅੱਗ ਪੈਦਾ ਹੁੰਦੀ ਹੈ, ਪਲੀਤੇ ਦਿਖਾਏ ਜਾਂਦੇ ਹਨ। ਤੇ ਇੰਝ ਲੱਗਦਾ ਹੈ ਜਿਸ ਤਰ੍ਹਾਂ ਬਿਜਲੀ ਚਮਕ ਰਹੀ ਹੋਵੇ। ਹੁਣ ਕਾਲੀ ਦੇ ਨਾਲ ਪਤਾ ਦੋਨਾਂ ਦਲਾਂ ਨੂੰ ਹੀ ਹੈ ਕਿ ਜੇ ਥੋੜ੍ਹੀ ਜਿਹੀ ਢਿੱਲ ਪਾਈ ਤੇ ਮੌਤ ਹੈ ਤੇ ਜੰਗ ਦੇ ਮੈਦਾਨ ਦੇ ਵਿੱਚ ਹਾਰ ਹੈ। ਹੁਣ ਇਹ ਨਹੀਂ ਹੈ ਕਿ ਕੋਈ ਗੱਲ ਨਹੀਂ, ਜੇ ਇੱਕ ਵਾਰੀ ਹਾਰ ਗਏ ਤੇ ਬਾਕੀ ਦਲ ਫਿਰ ਆ ਕੇ ਪੈ ਜਾਏਗਾ ਤੇ ਦੂਜੇ ਪਾਸਿਓਂ ਜਿੱਤ ਲਵਾਂਗੇ, ਨਹੀਂ। ਹੁਣ ਤਾਂ ਜਿਹੜਾ ਵੀ ਦਲ ਥੋੜ੍ਹਾ ਜਿਹਾ ਪਿੱਛੇ ਹਟੇਗਾ ਉਹਦੀ ਪੱਕੀ ਹਾਰ ਹੋ ਜਾਏਗੀ। ਇਸ ਕਰਕੇ ਦੋਨੋਂ ਹੀ ਇੱਕੇ ਦਮ ਇੱਕ ਦੂਜੇ 'ਤੇ ਬੜੀ ਤੇਜ਼ੀ ਦੇ ਨਾਲ ਪੈ ਗਏ। ਕਾਟਤ ਆਪਸ ਮੈਂ ਭੱਟ ਅੰਗ ਨਿਖੰਗ ਭਏ। ਕਹਿਣ ਲੱਗੇ ਕਿ ਇੱਕ ਦੂਜੇ ਦੇ ਉੱਪਰ ਤਗੜਾ ਹਮਲਾ ਕੀਤਾ ਤੇ ਅੰਗ ਜਿਹੜੇ ਉਹ ਸਰੀਰਾਂ ਦੇ ਨਾਲੋਂ, ਧੜਾਂ ਦੇ ਨਾਲੋਂ ਅਲੱਗ ਹੋ ਗਏ ਹਨ। ਤੇ ਜੰਗ ਦੇ ਮੈਦਾਨ ਦੇ ਵਿੱਚ ਹੁਣ ਕਿਸੇ ਨੂੰ ਸ਼ੰਕਾ ਕੋਈ ਨਹੀਂ ਰਹਿ ਗਿਆ। ਹੁਣ ਤਾਂ ਨਿਰੀ ਮੌਤ ਹੈ। ਹੁਣ ਬਚਾਅ ਕੋਈ ਨਹੀਂ ਹੈ, ਘਰ ਦਾ ਕਿਸੇ ਵਾਲੇ ਪਾਸੇ ਧਿਆਨ ਨਹੀਂ ਹੈ। ਹੁਣ ਤਾਂ ਜੰਗ ਦੇ ਮੈਦਾਨ ਦੇ ਵਿੱਚ ਲੜਨਾ ਹੈ, ਜਿੱਤਣਾ ਹੈ ਸੂਰਮਿਆਂ ਨੇ। ਇਸ ਕਰਕੇ ਅੱਗੇ ਆਏ ਹਨ। ਤੇ ਕਈਆਂ ਦੇ ਇੰਨਾ ਤਗੜਾ ਵਾਰ ਲੱਗਿਆ ਹੈ ਮੋਢੇ ਦੇ ਕੋਲ ਕਿ ਪੂਰੀ ਬਾਂਹ ਧਰਤੀ ਤੇ ਡਿੱਗ ਪਈ ਹਨ। ਮੋਢਨ ਕੋ ਕੱਟ ਦੇਤ। ਕਹਿਣ ਲੱਗੇ ਤੇਜ਼ੀ ਦੇ ਨਾਲ ਜਿਹੜੀ ਇਹ ਤਲਵਾਰ ਚੱਲਦੀ ਹੈ। ਔਰ ਇਸੇ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਕਿਹਨੂੰ ਅਸ ਤੋਂ ਭਾਵ ਹੈ ਤਲਵਾਰ। ਕਿਸੇ ਦੀ ਤਲਵਾਰ ਦੇ ਨਾਲ ਇਤਨਾ ਗਹਿਰਾ ਜਿਹੜੀ ਸੱਟ ਵੱਜੀ ਹੈ। ਤੁੰਡ ਕਹਿਣ ਤੋਂ ਭਾਵ ਹੈ ਹੱਥ ਕੱਟੇ ਗਏ ਹਨ। ਔਰ ਸਰੀਰ ਜਿਹੜਾ ਹੈ ਧੜ ਅੰਗਾਂ ਤੋਂ ਹੀਣਾ ਹੋ ਗਿਆ ਹੈ। ਤੇ ਜੋਸ਼ ਦੇ ਵਿੱਚ ਆ ਕਰਕੇ ਕਾਲੀ ਦੇ ਨਾਲ ਇੰਨੀ ਤੇਜ਼ੀ ਦੇ ਨਾਲ ਤਲਵਾਰ ਚੱਲੀ ਹੈ। ਪਹਿਲਾਂ ਗੋਲੀਆਂ ਦੇ ਤੇ ਤੀਰਾਂ ਦੇ ਵਾਰ ਹੋਏ ਹਨ। ਤੇ ਸੂਰਮਿਆਂ ਦੇ ਦੋਨੋਂ ਦਲ ਜਦੋਂ ਆਪਸ ਦੇ ਵਿੱਚ ਨੇੜੇ ਆ ਗਏ, ਹੁਣ ਤਲਵਾਰਾਂ ਦੇ ਤਾਂ ਇੰਝ ਵਾਰ ਹੋ ਰਹੇ ਸਨ। ਤਲਵਾਰਾਂ ਇਤਨੀ ਤੇਜ਼ੀ ਦੇ ਨਾਲ ਚੱਲ ਰਹੀਆਂ ਸਨ
ਕਿ ਸਰੀਰਾਂ ਦੇ ਅੰਗ ਇੱਕ ਪਾਸੇ ਡਿੱਗਦੇ ਜਾ ਰਹੇ ਹਨ। ਇੰਨੀ ਤੇਜ਼ੀ ਦੇ ਨਾਲ ਯੁੱਧ ਹੋ ਰਿਹਾ ਹੈ। ਕਹਿਣ ਲੱਗੇ ਹਾਥ ਕੱਟੋ, ਕਿਸੇ ਗਰੀਬ ਕੱਟੀ, ਕਹਿਣ ਲੱਗੇ ਕਿਸੇ ਦਾ ਹੱਥ ਤੇ ਕਿਸੇ ਦੀ ਧੌਣ ਸਿਰ ਧੜ ਦੇ ਨਾਲੋਂ ਅਲੱਗ ਹੋ ਕੇ ਧਰਤੀ ਤੇ ਡਿੱਗ ਪਿਆ ਹੈ। ਜੰਗ ਕੱਟੀ ਤੇ ਕਹਿਣ ਲੱਗੇ ਕਿਸੇ ਦੀ ਲੱਤ ਕੱਟੀ ਗਈ ਹੈ। ਔਰ ਇਸੇ ਤਰ੍ਹਾਂ ਸਰੀਰ ਦੇ ਅੰਗ ਗਿਰਦੇ ਜਾ ਰਹੇ ਹਨ। ਰੰਗ ਲਈਐ ਸੁਸੋਣਤ ਸੋ ਮਿਰਤ ਜਾਮਤ ਪਾਣ ਜੋ ਜੀਵਨ ਕਾਰੀ। ਇਹ ਕਈਆਂ ਦੇ ਫਿਰ ਸਰੀਰਾਂ ਦੇ ਅੰਗ ਕੱਟੇ ਗਏ ਹਨ, ਛਾਤੀਆਂ ਦੇ ਵਿੱਚ ਵਾਰ ਹੋਏ ਤੇ ਉਹ ਧਰਤੀ ਤੇ ਡਿੱਗੇ ਪਏ ਹਨ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਲਾਲ ਰੰਗ ਦਾ ਜਿਹੜਾ ਖੂਨ ਹੈ ਉਹ ਬਾਹਰ ਨਿਕਲ ਰਿਹਾ ਹੈ। ਸਰੀਰ ਧਰਤੀ ਤੇ ਪਿਆ ਹੈ। ਜੰਗ ਦਾ ਮਾਹੌਲ ਬੜਾ ਭਿਆਨਕ ਬਣਿਆ ਹੋਇਆ ਹੈ। ਕਈ ਲੋਕ ਜਿਹੜੇ ਪਾਨ ਖਾਣ ਵਾਲੇ, ਜਿਸ ਤਰ੍ਹਾਂ ਉਹਨਾਂ ਦਾ ਮੂੰਹ ਲਾਲ ਹੋਇਆ ਹੁੰਦਾ ਹੈ, ਜ਼ੁਬਾਨ ਲਾਲ ਹੋਈ ਹੁੰਦੀ ਹੈ, ਇਹਨਾਂ ਸੂਰਮਿਆਂ ਦੇ ਮੂੰਹ ਜਿਸ ਤਰ੍ਹਾਂ ਪਾਨ ਚਬਾਇਆ ਹੋਵੇ, ਇਸ ਤਰ੍ਹਾਂ ਸਾਰੇ ਜਿਹੜੇ ਸੂਰਮੇ ਧਰਤੀ ਤੇ ਡਿੱਗੇ ਪਏ ਹਨ, ਇਹਨਾਂ ਦੇ ਮੁਖ ਦੇ ਵਿੱਚੋਂ ਵੀ ਲਹੂ ਨਿਕਲ ਰਿਹਾ ਹੈ। ਤੇ ਕਹਿਣ ਲੱਗੇ ਇੰਜ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਇਹ ਇੱਕ ਵਿਆਹ ਦਾ ਮਾਹੌਲ ਹੋਵੇ, ਮਾਨੋ ਵਿਆਹ ਸਮਾਜ ਬਣਿਓ, ਜਨ ਪ੍ਰੀਤ ਕਰੇ ਜੁਗ ਓਟ ਚੜੇ। ਜਿਸ ਤਰ੍ਹਾਂ ਦੋ ਪਰਿਵਾਰ, ਦੋ ਜਿਹੜੇ ਤਰ੍ਹਾਂ ਦੇ ਦੋ ਪਰਿਵਾਰਾਂ ਦੇ ਨਾਲ ਸੰਬੰਧਿਤ ਲੋਕ ਆਪਸ ਦੇ ਵਿੱਚ ਮਿਲਦੇ ਹਨ ਤੇ ਮਿਲਣੀ ਹੁੰਦੀ ਹੈ ਇੱਕ ਤਗੜੀ। ਕਹਿਣ ਲੱਗੇ ਉਸੇ ਤਰ੍ਹਾਂ ਇਹ ਮਿਲੇ ਹਨ ਆਪਸ ਦੇ ਵਿੱਚ ਤੇ ਸੂਰਮੇ ਇੱਕ ਤਰ੍ਹਾਂ ਦਾ ਇੰਜ ਲੱਗ ਰਿਹਾ ਵਿਆਹ ਹੋ ਰਿਹਾ ਹੈ। ਤੇ ਇਹ ਐਸਾ ਵਿਆਹ ਹੈ ਕਿ ਜਿਸ ਤਰ੍ਹਾਂ ਦੇਖੋ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਕਿ ਇੱਕ ਲਾੜਾ ਅੱਗੇ ਚੱਲਦਾ ਹੈ ਤੇ ਉਹਦਾ ਫਿਰ ਵਿਆਹ ਕੀਤਾ ਜਾਂਦਾ ਹੈ, ਬੜਾ ਸੱਜਦਾ ਹੈ, ਸੋਹਣੇ ਢੰਗ ਦੇ ਵਸਤਰ ਪਾ ਕਰਕੇ ਆਉਂਦਾ ਹੈ ਤੇ ਫਿਰ ਲਾੜੀ ਦੇ ਨਾਲ ਜਿਸ ਤਰ੍ਹਾਂ ਉਹਦਾ ਵਿਆਹ ਕੀਤਾ ਜਾਂਦਾ। ਇੱਥੇ ਪਰ ਜਿਹੜੇ ਸੂਰਮੇ ਯੋਧੇ ਉਹ ਲਾੜਿਆਂ ਦੇ ਰੂਪ ਦੇ ਵਿੱਚ ਆਏ ਹਨ ਤੇ ਮੌਤ ਇੱਥੇ ਲਾੜੀ ਹੈ। ਹੁਣ ਮੌਤ ਦੇ ਨਾਲ ਇਹ ਵਿਆਹੇ ਜਾ ਰਹੇ ਹਨ। ਆਪਣੇ ਸਰੀਰ 'ਤੇ ਸੋਹਣੇ ਸੋਹਣੇ ਸ਼ਾਸਤਰ ਇਹਨਾਂ ਨੇ ਪਹਿਨੇ ਹੋਏ ਹਨ ਤੇ ਬੜੀ ਸੁੰਦਰ ਕਢਾਈਆਂ ਵਾਲੇ ਵਸਤਰ ਪਹਿਨੇ ਹੋਏ ਹਨ। ਜਿਸ ਤਰ੍ਹਾਂ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੱਚੇ ਵਾਸਤੇ, ਬੇਟੇ ਵਾਸਤੇ ਜਦੋਂ ਆਪਾਂ ਸੋਹਣੀ ਪੁਸ਼ਾਕ ਇੱਕ ਬਣਾਉਂਦੇ ਆ ਵਿਆਹ ਵਾਸਤੇ, ਹੁਣ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਜਾਣ ਵਾਸਤੇ ਇਹਨਾਂ ਦੀਆਂ ਬੜੀਆਂ ਸੁੰਦਰ ਪੁਸ਼ਾਕਾਂ ਹੁੰਦੀਆਂ ਸਨ ਸਪੈਸ਼ਲ, ਜਿਹਦੇ ਵਿੱਚ ਦੀ ਕਈ ਵਾਰੀ ਕਈਆਂ ਤਰ੍ਹਾਂ ਦੇ ਵਾਰ ਨਹੀਂ ਸੀ ਹੋ ਸਕਦੇ। ਕਿਸੇ ਦੇ ਵਿੱਚੋਂ ਗੋਲੀ ਦਾ ਵਾਰ, ਕਿਸੇ ਦੇ ਵਿੱਚੋਂ ਤੀਰ ਨਹੀਂ ਸੀ ਲੰਘ ਸਕਦਾ। ਉੱਪਰ ਪਹਿਨਣ ਵਾਲੇ ਤਰ੍ਹਾਂ ਤਰ੍ਹਾਂ ਦੇ ਵਸਤਰ, ਇਹਨਾਂ ਨੇ ਸੁੰਦਰ ਵਸਤਰ ਤੇ ਕਈ ਤਰ੍ਹਾਂ ਦੇ ਸ਼ਸਤਰ ਸਰੀਰ 'ਤੇ ਧਾਰਨ ਕੀਤੇ ਹੋਏ ਹਨ। ਤੇ ਲਾੜੀ ਜਿਹੜੀ ਮੌਤ ਹੈ ਉਹ ਸੋਹਣੇ ਸਰੂਪ ਵਾਲੇ ਜਿਹੜੇ ਸੂਰਮੇ ਇਹਨਾਂ ਨੂੰ ਵਿਆਹ ਰਹੀ ਹੈ। ਤੇ ਵਿਆਹ ਦੇ ਸਮੇਂ ਫਿਰ ਬਹੁਤ ਉੱਚੀ ਉੱਚੀ ਕਈ ਤਰ੍ਹਾਂ ਦੇ ਵਾਜੇ ਸ਼ਹਿਨਾਈਆਂ ਵਜਾਈਆਂ ਜਾਂਦੀਆਂ ਹਨ, ਉੱਚੀ ਆਵਾਜ਼ ਪੈਦਾ ਹੁੰਦੀ ਹੈ। ਤੇ ਇਹ ਐਸਾ ਵਿਆਹ ਹੈ, ਕਵੀ ਜੀ ਲਿਖਦੇ ਹਨ, ਜਿਹਦੇ ਵਿੱਚ ਉੱਚੀ ਉੱਚੀ ਨਗਾਰੇ ਤੇ ਤਲਵਾਰਾਂ ਦੇ ਉੱਪਰ ਤਲਵਾਰਾਂ, ਢਾਰਾਂ ਦੇ ਉੱਪਰ ਤਲਵਾਰਾਂ ਦੇ ਵਾਰ ਹੋ ਰਹੇ ਹਨ ਤੇ ਬਹੁਤ ਵੱਡੀ ਆਵਾਜ਼ ਪੈਦਾ ਹੋ ਰਹੀ ਹੈ। ਇੱਕ ਪਾਸੇ ਨਗਾਰੇ ਤੇ ਦੂਜੇ ਪਾਸੇ ਸ਼ਸਤਰਾਂ ਤੇ ਸ਼ਸਤਰ, ਲੋਹੇ ਤੇ ਲੋਹਾ ਵੱਜ ਕੇ ਜਦੋਂ ਖੜਕ ਰਿਹਾ ਹੈ ਤੇ ਇਸ ਤਰ੍ਹਾਂ ਵਿਆਹ ਦੇ ਸਮੇਂ ਜਿਸ ਤਰ੍ਹਾਂ ਉੱਚੇ ਸਾਜ਼ ਵੱਜਦੇ ਹਨ, ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਸੁਣ ਰਿਹਾ ਹੈ। ਤੇ ਜਿਸ ਤਰ੍ਹਾਂ ਖੁਸ਼ੀ ਦੇ ਮਾਹੌਲ ਦੇ ਵਿੱਚ ਸਾਰੇ ਰੰਗੇ ਹੁੰਦੇ ਹਨ, ਸੋਹਣੇ ਸੋਹਣੇ ਕਈ ਕਈ ਤਰ੍ਹਾਂ ਦੇ ਵਸਤਰ ਪਹਿਨੇ ਹੋਏ ਹਨ, ਪਹਿਨੇ ਜਾਂਦੇ ਸਨ ਵਿਆਹ ਦੇ ਸਮੇਂ। ਹੁਣ ਵੀ ਸੂਹੇ ਰੰਗ ਦੇ, ਲਾਲ ਰੰਗ ਦੇ, ਗੂੜੇ ਰੰਗ ਦੇ ਵਿਆਹ ਦੇ ਸਮੇਂ ਵਸਤਰ ਪਾਏ ਜਾਂਦੇ ਹਨ। ਹੁਣ ਸੂਰਮਿਆਂ ਦੇ ਸਰੀਰਾਂ ਦੇ ਵਿੱਚੋਂ ਖੂਨ ਵਿਆਹ ਹੈ, ਜਿਹਦੇ ਕਰਕੇ ਉਹਨਾਂ ਦੇ ਵਸਤਰ ਲਾਲ ਰੰਗ ਦੇ ਹੋ ਗਏ ਸਨ, ਭਾਵੇਂ ਕੋਈ ਕਿਸੇ ਵੀ ਤਰ੍ਹਾਂ ਦੇ ਵਸਤਰ ਪਾ ਕੇ ਆਇਆ ਸੀਗਾ। ਇੱਕੋ ਜਿਹੇ ਵਸਤਰ ਸਾਰਿਆਂ ਦੇ ਗੂੜੇ, ਇੱਥੋਂ ਤੱਕ ਮੂੰਹ ਵੀ ਜਿਹੜੇ ਹਨ ਉਹ ਲਾਲ ਹੋ ਗਏ ਹਨ। ਔਰ ਗੁਰੂ ਕੀ ਸੈਨਾ ਵਾਲੇ ਪਾਸਿਓਂ ਇੱਧਰ ਕੁਤਬ ਖਾਂ ਤੇ ਕਾਲੇ ਖਾਂ ਅੱਗੇ ਵਧਿਆ ਹੈ, ਬਾਕੀ ਇਹਨਾਂ ਦੇ ਜਰਨੈਲ ਮਾਰੇ ਗਏ ਹਨ ਸਾਰੇ ਤਕਰੀਬਨ। ਇੱਧਰ ਜਿਹੜਾ ਗੁਰੂ ਕਾ ਸਿੱਖ ਸੀਗਾ ਭਾਈ ਅਮੀਆਂ ਜੀ ਤੇ ਭਾਈ ਮੇਰਾ ਜੀ, ਇਹਨਾਂ ਦੇ ਵਿੱਚੋਂ ਤੁਰਕਾਂ ਦਾ ਵੱਡਾ ਦਲ ਅੱਗੇ ਵੱਧਦਾ ਦੇਖ ਕਰਕੇ ਤੇ ਭਾਈ ਮੇਰਾ ਜੀ ਸ਼ਸਤਰ ਬਸਤਰ ਪਹਿਨ ਕੇ ਆਪਣਾ ਇੱਕ ਦਲ ਲੈ ਕਰਕੇ ਇਹਨਾਂ ਨੂੰ ਰੋਕਣ ਵਾਸਤੇ, ਇਹਨਾਂ ਦੇ ਨਾਲ ਯੁੱਧ ਕਰਨ ਵਾਸਤੇ ਅੱਗੇ ਆਏ ਹਨ।
ਅਰਸੋ ਲਰਜੈ। ਤੇ ਭਾਈ ਮੇਰਾ ਜੀ ਜਿਹੜੇ ਹਨ ਇਹ ਸੁਬਾਹ ਤੋਂ ਲਗਾਤਾਰ ਥੋੜੀ ਜਿਹੇ ਦਲ ਦੇ ਨਾਲ ਬਹੁਤ ਤਗੜੇ ਦਲ ਦਾ ਜਿਹੜਾ ਮੁਕਾਬਲਾ ਕਰ ਕਰਕੇ ਕਈ ਤਰ੍ਹਾਂ ਦੇ ਸਰੀਰ ਤੇ ਫੱਟ ਖਾ ਕਰਕੇ ਇਹਨਾਂ ਦਾ ਚਿਹਰਾ ਤੇ ਇਹਨਾਂ ਦੇ ਬਸਤਰ ਵੀ ਲਾਲ ਪੈ ਚੁੱਕੇ ਸਨ। ਕਹਿਣ ਲੱਗੇ ਕਿ ਹੁਣ ਇਹ ਮੂੰਹ ਨੂੰ ਕਈ ਤਰ੍ਹਾਂ ਦਾ ਬਣਾ ਕਰਕੇ ਤੇ ਆਪਣੇ ਬੁੱਲਾਂ ਨੂੰ ਚਬਾ ਕਰਕੇ ਦੰਦਾਂ ਨੂੰ ਰਗੜ ਕੇ ਜੋਸ਼ ਦੇ ਨਾਲ ਗੁੱਸੇ ਦੇ ਨਾਲ ਦੁਸ਼ਮਣ ਦੇ ਉੱਪਰ ਹੱਥ ਦੇ ਵਿੱਚ ਖੜਗ ਲੈ ਕਰਕੇ ਛਾਲਾਂ ਮਾਰਦੇ ਹੋਏ ਵਾਰ ਕਰ ਰਹੇ ਹਨ। ਪਰ ਫੇਰ ਧੋਖ ਚਾਹੂੰ ਦੇ ਸਮੇਂ ਪਰ ਢੂਹ ਤਦ ਨੀਰ ਗਿਰੇ ਮਰ ਕੈ। ਤੇ ਕਹਿਣ ਲੱਗੇ ਹੁਣ ਭਾਈ ਮੇਰਾ ਜੀ ਚਾਰੇ ਪਾਸੇ ਤਲਵਾਰ ਘੁਮਾ ਰਹੇ ਸਨ। ਗੁਰੂ ਕੇ ਸਿੱਖਾਂ ਨੇ ਗਿਣਤੀ ਭਾਵੇਂ ਥੋੜੀ ਹੈ, ਇੱਕ ਇੱਕ ਸਿੱਖ ਨੇ, ਜਿਸ ਤਰ੍ਹਾਂ ਕਦੇ ਬਾਅਦ ਵਿੱਚ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਨਾ ਕਿ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਹ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਵੀ ਸਿੱਖਾਂ ਨੇ ਇਸੇ ਤਰ੍ਹਾਂ ਕੀਤਾ। ਤਕਰੀਬਨ ਲੱਖ ਦੇ ਕਰੀਬ ਜਿਹੜਾ ਵੱਡਾ ਦਲ ਆਇਆ ਹੈ ਉਹਦੇ ਉੱਪਰ ਥੋੜ੍ਹੇ ਕੁ ਚੰਦ ਕੁ ਜਿਹੜੇ ਸੂਰਮੇ ਸਨ ਇਹਨਾਂ ਨੇ ਸੁਬਾਹ ਤੋਂ ਬੜੀ ਰਣਨੀਤੀ ਦੇ ਨਾਲ, ਬੜੀ ਬਹਾਦਰੀ ਦੇ ਨਾਲ, ਤਰੀਕੇ ਦੇ ਨਾਲ ਐਸਾ ਯੁੱਧ ਕੀਤਾ ਹੈ ਕਿ ਉਹਨਾਂ ਨੂੰ ਧਰਤੀ 'ਤੇ ਵਿਛਾ ਦਿੱਤਾ। ਕਹਿਣ ਲੱਗੇ ਕਿ ਹੁਣ ਭਾਈ ਮੇਰਾ ਜੀ ਚਾਰੇ ਪਾਸੇ ਧਿਆਨ ਰੱਖ ਕੇ ਤੇ ਲਗਾਤਾਰ ਤੇਜ਼ ਤਲਵਾਰ ਜਿਹੜੀ ਉਹ ਵਾਰ ਰਹੇ ਸਨ। ਭੱਟ ਢੂਡਤ ਨੀਰ ਗਿਰੈ ਮਰ ਕੈ। ਕਹਿਣ ਲੱਗੇ ਜਿਹੜੇ ਸੂਰਮੇ ਸਨ ਉਹ ਧਰਤੀ 'ਤੇ ਡਿੱਗਦੇ ਹਨ, ਮਰ ਕੇ ਟੋਟੇ ਟੋਟੇ ਕਰ ਦਿੱਤੇ ਹਨ। ਤੇ ਭਾਈ ਮੇਰਾ ਜੀ ਦਾ ਜਿਹੜਾ ਘੋੜਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਜ਼ਖਮੀ ਹੋ ਕਰਕੇ ਧਰਤੀ 'ਤੇ ਡਿੱਗ ਪਿਆ ਹੈ। ਤੇ ਹੈ ਘਾਤ ਭਇਓ ਤਬ ਪਾਇਨ ਸੋ ਉਛਲੰਤ। ਹੁਣ ਭਾਈ ਮੇਰਾ ਜੀ ਆਪ ਪੈਦਲ ਹੀ ਘੋੜਿਆਂ ਦੇ ਉੱਪਰ ਚੜ੍ਹੇ ਹੋਏ ਸੂਰਮਿਆਂ ਦਾ ਵੀ ਮੁਕਾਬਲਾ ਕਰ ਰਹੇ ਹਨ। ਆਪ ਪੈਦਲ ਹਨ ਤੇ ਕਈਆਂ ਸੂਰਮਿਆਂ ਦਾ ਨੀਚੇ ਖੜ ਕੇ ਵਾਰ ਕਰ ਕਰਕੇ ਅੰਤ ਕਰੀ ਜਾ ਰਹੇ ਹਨ। ਭਿਆਨਕ ਯੁੱਧ ਗੁਰੂ ਕੇ ਆਸ਼ੀਰਵਾਦ ਦੇ ਨਾਲ ਗੁਰੂ ਕੇ ਸਿੱਖ ਇੱਕ ਇੱਕ ਸਿੱਖ ਕਈਆਂ ਦਾ ਮੁਕਾਬਲਾ ਕਰ ਰਿਹਾ ਹੈ। ਹੁਣ ਭਾਈ ਮੇਰਾ ਜੀ ਥੱਲੇ ਹੋ ਕਰਕੇ ਉਛਲਦੇ ਹੋਏ ਛਾਲਾਂ ਮਾਰ ਮਾਰ ਕੇ ਆਪਣੇ ਵਿਰੋਧੀਆਂ ਦੇ ਉੱਪਰ ਹਮਲੇ ਕਰਕੇ ਉਹਨਾਂ ਨੂੰ ਧਰਤੀ 'ਤੇ ਡੇਗ ਰਹੇ ਸਨ। ਤੇ ਹੁਣ ਭਾਈ ਮੇਰਾ ਜੀ ਦੇ ਦੁਆਲੇ ਸ਼ਤਰੂਆਂ ਦਾ, ਯੋਧਿਆਂ ਦਾ, ਦੁਸ਼ਮਣਾਂ ਦਾ ਇੱਕ ਤਗੜਾ ਦਲ ਆ ਗਿਆ ਹੈ। ਉਹਨਾਂ ਨੇ ਨੇੜੇ ਆ ਕਰਕੇ ਤੇ ਰਲ ਕੇ ਇੱਕ ਐਸਾ ਹਮਲਾ ਕੀਤਾ, ਮਾਰ ਸਮੂਹਨ ਸ਼ਤਰੁਨ ਕੋ। ਸਾਰੇ ਰਲੇ ਹੋਏ ਸ਼ਤਰੂਆਂ ਦਾ, ਯੋਧਿਆਂ ਦਾ ਐਸੇ ਵਾਰ ਭਾਈ ਮੇਰਾ ਜੀ ਤੇ ਹੋਏ ਹਨ। ਅੰਗਨ ਸੋ ਉਛਰੈ ਅਕਰੇ ਹੀਰ ਡਕਰੇ। ਕਹਿਣ ਲੱਗੇ ਕਿ ਫਿਰ ਭਾਈ ਮੇਰਾ ਜੀ ਦੇ ਸਰੀਰ 'ਤੇ ਵਾਰ ਹੋਏ ਤੇ ਭਾਈ ਮੇਰਾ ਜੀ ਦੇ ਸਰੀਰ ਦੇ ਅੰਗ ਵੀ ਕੱਟੇ ਗਏ। ਭਾਈ ਮੇਰਾ ਜੀ ਧਰਤੀ 'ਤੇ ਡਿੱਗੇ ਹਨ। ਤੇ ਭਾਈ ਮੇਰਾ ਜੀ ਧਰਤੀ 'ਤੇ ਡਿੱਗੇ ਹੋਏ ਵੀ ਆਪਣੇ ਯੋਧਿਆਂ ਨੂੰ ਲਲਕਾਰ ਰਹੇ ਸਨ। ਭਾਵੇਂ ਅੰਗ ਕੱਟੇ ਗਏ ਹਨ, ਸਰੀਰ ਦੇ ਬਾਹਾਂ 'ਤੇ ਲੱਤਾਂ 'ਤੇ ਐਸੇ ਵਾਰ ਹੋਏ ਹਨ, ਪਰ ਤਾਂ ਵੀ ਆਪਣੇ ਸਾਥੀਆਂ ਨੂੰ ਅੱਗੇ ਹੋ ਕਰਕੇ ਲਲਕਾਰ ਰਹੇ ਹਨ, ਥੱਲੇ ਧਰਤੀ 'ਤੇ ਪਏ ਹੋਏ ਵੀ ਕਿ ਭਾਈ ਅਗਾਂਹ ਜਾ ਕੇ ਮੁਕਾਬਲਾ ਕਰੋ। ਕਹਿਣ ਲੱਗੇ ਭਾਈ ਮੇਰਾ ਜੀ ਦਾ ਸਰੀਰ ਜਿਹੜਾ ਹੈ ਉਹ ਕੱਟਿਆ ਗਿਆ ਹੈ ਤੇ ਸਾਰਾ ਚਿਹਰਾ ਤੇ ਸਰੀਰ ਖੂਨ ਦੇ ਵਿੱਚ ਲੱਥ-ਪੱਥ ਹੈ ਔਰ ਇਹ ਗੁਰੂ ਕਾ ਸਿੱਖ ਧਰਤੀ 'ਤੇ ਡਿੱਗਿਆ ਹੋਇਆ। ਕਹਿਣ ਲੱਗੇ ਬੜੇ ਕ੍ਰੋਧ ਨਾਲ ਉਛਰੇ ਅਕਰੇ ਹੀਰ। ਕਹਿਣ ਲੱਗੇ ਕਿ ਹੁਣ ਉਸ ਵੇਲੇ ਗੁਰੂ ਕਾ ਯੋਧਾ ਧਰਤੀ 'ਤੇ ਡਿੱਗ ਕੇ ਵੀ ਆਪਣੇ ਯੋਧਿਆਂ ਨੂੰ ਲਲਕਾਰਦਾ ਹੈ ਔਰ ਭਾਈ ਮੇਰਾ ਜੀ ਦਾ ਅੰਤ ਹੋਇਆ ਹੈ। ਔਰ ਭਾਈ ਮੇਰਾ ਜੀ ਦਾ ਬੜਾ ਇੱਕ ਪਿਆਰਾ ਮਿੱਤਰ ਹੈ ਜਿਹੜਾ ਹਮੇਸ਼ਾ ਹੀ, ਇਹ ਦੋਨੋਂ ਇਕੱਠੇ ਰਹਿੰਦੇ ਸਨ। ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਇੱਕੇ ਪਾਸੇ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਹੈ ਤੇ ਸੁਬਾਹ ਤੋਂ ਇੱਕੇ ਪਾਸੇ ਲੜ ਰਹੇ ਸਨ। ਹੁਣ ਭਾਈ ਮੇਰਾ ਜੀ ਧਰਤੀ 'ਤੇ ਡਿੱਗੇ ਹਨ ਤੇ ਇਹਨੂੰ ਦੇਖ ਕੇ ਭਾਈ ਅਮੀਆਂ ਜੀ ਅੱਗੇ ਆ ਗਏ ਹਨ। ਜਿਹੜੀ ਜਗ੍ਹਾ 'ਤੇ ਭਾਈ ਮੇਰਾ ਜੀ ਲੜ ਰਹੇ ਸਨ, ਇਹ ਜਦੋਂ ਜਗ੍ਹਾ ਖਾਲੀ ਹੋ ਗਈ ਹੈ, ਭਾਈ ਮੇਰਾ ਜੀ ਧਰਤੀ 'ਤੇ ਡਿੱਗ ਪਏ ਹਨ, ਇਹਦੀ ਜਗ੍ਹਾ ਮੱਲਣ ਵਾਸਤੇ, ਜ਼ਿੰਮੇਵਾਰੀ ਸੰਭਾਲਣ ਵਾਸਤੇ ਕਾਹਲੀ ਦੇ ਨਾਲ ਭਾਈ ਅਮੀਆਂ ਜੀ ਅੱਗੇ ਆ ਗਏ ਹਨ। ਇਹਨਾਂ ਨੇ ਫਿਰ ਬਹੁਤ ਤਗੜਾ ਅੱਗੇ ਆ ਕੇ ਯੁੱਧ ਕੀਤਾ ਹੈ। ਕਹਿਣ ਲੱਗੇ ਕਿ ਹੁਣ ਭਾਈ ਮੇਰਾ ਜੀ ਕਹਿਣ ਲੱਗੇ ਹੇਰ ਤਬੈ ਅਮੀਆਂ ਮਨ ਕ੍ਰੋਧਤ ਪੁੰਜ ਰਿਪੂ ਸਮਖੈ ਟਕਰੈ। ਅੱਗੇ ਹੋ ਕਰਕੇ ਭਾਈ ਅਮੀਆਂ ਜੀ ਦੁਸ਼ਮਣਾਂ ਨੂੰ ਭਾਈ ਮੇਰਾ ਜੀ ਦੇ ਵਾਂਗ ਹੀ ਟੱਕਰੇ ਹਨ।
ਸੰਗਰ ਘੂਰ ਅਸੀਂ ਪਕਰੇ। ਤੇ ਇਸ ਢੰਗ ਦੇ ਨਾਲ ਫਿਰ ਕਮਸਾਨ ਦਾ ਯੁੱਧ ਭਾਈ ਅਮੀਆਂ ਜੀ ਨੇ ਵੀ ਕੀਤਾ ਹੈ। ਤਗੜਾ ਯੁੱਧ ਕਰਕੇ ਘਣੋ ਕਰ ਸੰਗਰ ਘੋਰ ਅਸੀਂ ਪਕੜੇ, ਹੱਥ ਦੇ ਵਿੱਚ ਤਲਵਾਰ ਪਕੜ ਕੇ ਭਾਈ ਅਮੀਆਂ ਜੀ ਵੀ ਜੰਗ ਦੇ ਮੈਦਾਨ ਦੇ ਵਿੱਚ ਲੜੇ ਹਨ। ਤੇ ਭਾਈ ਅਮੀਆਂ ਜੀ ਨੇ ਵੀ ਭਾਈ ਮੇਰਾ ਜੀ ਦੀ ਤਰ੍ਹਾਂ ਅਨੇਕਾਂ ਦੁਸ਼ਮਣਾਂ ਦਾ ਅੰਤ ਕੀਤਾ ਹੈ। ਕਹਿਣ ਲੱਗੇ ਆਨ ਪਰੇ ਤੁਰਕਾਨ ਕਮਸਾਨ ਕਰੋ ਕਰ ਸੰਗਰ ਘੋਰ ਅਸੀਂ ਪਕੜੇ। ਤੇ ਕਈਆਂ ਦੇ ਘਰ ਜਿਹੜੇ ਹਨ ਉਹ ਖਤਮ ਕਰ ਦਿੱਤੇ ਹਨ, ਆਗੂ ਮਾਰ ਦਿੱਤੇ ਹਨ। ਤੇ ਭਾਈ ਅਮੀਆਂ ਜੀ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦਾ ਅੰਤ ਕਰਕੇ ਤੇ ਫਿਰ ਤੁਰੰਗ ਨਚਾਵਤ ਤੇ ਘੋੜਾ ਨੱਚਦਾ ਹੈ। ਬਲੀ ਸੂਰਮਾ ਭਾਈ ਅਮੀਆਂ ਜੀ। ਤੇ ਕਹਿਣ ਲੱਗੇ ਕਿ ਹੁਣ ਅਨੇਕ ਦੇਹ ਅੱਛੇ ਹਨ ਝਾਲਤ, ਆਪਣੀ ਜਿਹੜੀ ਤਲਵਾਰ ਹੈ ਉਹਨੂੰ ਆਪਣੇ ਸਰੀਰ ਦੇ ਦਿਵਾਲੇ ਦੁਸ਼ਮਣਾਂ ਦਾ ਅੰਤ ਕਰਕੇ ਤੇ ਜਿਹੜੇ ਬਚੇ ਹੋਏ ਇਹਨਾਂ ਨੂੰ ਲਲਕਾਰ ਕੇ ਭਾਈ ਅਮੀਆਂ ਜੀ ਤਲਵਾਰ ਆਪਣੇ ਸ਼ਸਤਰ ਸਾਹਮਣੇ ਖੜ ਕੇ ਘਮਾਉਂਦਾ ਹੈ। ਤੇ ਹੁਣ ਦੁਸ਼ਮਣਾਂ ਦੇ ਅੰਗ ਕੱਟ ਕੱਟ ਕੇ ਭਾਈ ਅਮੀਆਂ ਜੀ ਨੇ ਧਰਤੀ ਤੇ ਸੁੱਟ ਦਿੱਤੇ ਹਨ, ਬੜੀ ਤੇਜ਼ੀ ਦੇ ਨਾਲ, ਬੜੀ ਕਾਹਲੀ ਦੇ ਨਾਲ। ਕਹਿਣ ਲੱਗੇ ਕਿ ਅਨੇਕਾਂ ਦੁਸ਼ਮਣਾਂ ਦਾ ਭਾਈ ਅਮੀਆਂ ਜੀ ਨੇ ਅੰਤ ਕੀਤਾ ਹੈ। ਤੇ ਕੁਝ ਕੁ ਸਮੇਂ ਬਾਅਦ ਇਸ ਤਗੜੇ ਦਲ ਦੇ ਨਾਲ ਟੱਕਰ ਲੈ ਰਹੇ ਹਨ ਭਾਈ ਅਮੀਆਂ ਜੀ ਤੇ ਭਾਈ ਮੇਰਾ ਜੀ ਦੇ ਵਾਂਗ ਇਹਨਾਂ ਤੇ ਫਿਰ ਇੱਕ ਤਗੜਾ ਹੱਲਾ ਹੋਇਆ ਹੈ, ਜਿਹਦੇ ਕਰਕੇ ਕੁਝ ਸਮੇਂ ਤੋਂ ਭਾਈ ਅਮੀਆਂ ਜੀ ਡਟੇ ਹੋਏ ਹਨ ਤੇ ਜੰਗ ਦੇ ਮੈਦਾਨ ਦੇ ਵਿੱਚ ਇਹ ਵੀ ਹੁਣ ਸ਼ਹਾਦਤ ਦਾ ਜਾਮ ਪੀ ਗਏ। ਭਾਈ ਅਮੀਆਂ ਜੀ ਵੀ ਭਾਈ ਮੇਰਾ ਜੀ ਦੇ ਵਾਂਗ ਸਰੀਰ ਕੱਟੇ ਗਏ ਹਨ ਤੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ, ਅਖੀਰਲੇ ਸਵਾਸ ਤੱਕ ਲੜੇ ਹਨ। ਤੇ ਹੁਣ ਗੁਰੂ ਕੇ ਦਲ ਦੇ ਇਸ ਤਰ੍ਹਾਂ ਇਹ ਜਿਹੜੇ ਸੈਨਾਪਤੀ ਸਨ, ਇਹ ਅੱਗੇ ਹੋਏ ਦਲ ਦੇ ਨਾਲ, ਆਏ ਹੋਏ ਦਲ ਦੇ ਨਾਲ ਬਹੁਤ ਤਗੜਾ ਮੁਕਾਬਲਾ ਕੀਤਾ ਹੈ ਤੇ ਚਿਰ ਲੰਮੇ ਸਮੇਂ ਤੱਕ ਇਹ ਅੱਗੇ ਜੂਝੇ ਹਨ। ਤੇ ਜਿਹੜਾ ਵੀ ਇਹਨਾਂ ਦੇ ਸਨਮੁਖ ਆਇਆ, ਇੱਕ ਵੱਡਾ ਦਲ ਅਖੀਰ ਵਾਲਾ ਸਮਾਂ ਜਾਣ ਕੇ ਜੋਸ਼ ਕਾਲੇ ਖਾਨੇ ਭਰਿਆ ਤੇ ਇਹ ਤੇਜ਼ੀ ਦੇ ਨਾਲ ਅੱਗੇ ਵੱਧ ਰਹੇ ਹਨ। ਪਰ ਭਾਈ ਅਮੀਆਂ ਜੀ ਤੇ ਭਾਈ ਮੇਰਾ ਜੀ ਦੇ ਦਲ ਨੇ ਇਹਨਾਂ ਨੂੰ ਇੱਕ ਵਾਰੀ ਰੋਕ ਦਿੱਤਾ ਹੈ। ਜਿਸ ਤਰ੍ਹਾਂ ਕਾਲੀ ਦੇ ਨਾਲ ਤੇਜ਼ ਪਾਣੀ ਆ ਰਿਹਾ ਹੋਵੇ ਤੇ ਪਹਾੜ ਦੇ ਨਾਲ ਟੱਕਰ ਕੇ ਖੜ ਜਾਂਦਾ ਹੈ, ਇਸੇ ਤਰ੍ਹਾਂ ਇਹ ਯੋਧੇ ਅੱਗੇ ਅੜ ਗਏ ਸਨ। ਤੇ ਇੱਧਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਦੇ ਮੈਦਾਨ ਦੇ ਵਿੱਚ ਲਗਾਤਾਰ ਦੇਖ ਰਹੇ ਸਨ। ਸ਼੍ਰੀ ਹਰਗੋਬਿੰਦ ਵੀਰ ਬਹਾਦਰ ਜੋ ਕਮਸਾਨ ਘਣੋ ਜਬ ਹੀਰੇ, ਆਪਣੇ ਸੇਵਕ ਭਾਈ ਮੇਰਾ ਜੀ ਤੇ ਭਾਈ ਅਮੀਆਂ ਜੀ ਦਾ ਕਮਸਾਨ ਦਾ ਯੁੱਧ ਆਏ ਹੋਏ ਤਗੜੇ ਜੋਸ਼ ਦੇ ਵਿੱਚ ਜਿਹੜਾ ਦਲ ਹੈ ਉਹਦੇ ਨਾਲ ਦੇਖਿਆ ਹੈ। ਤੇ ਜਿਉਂ ਹੀ ਭਾਈ ਅਮੀਆਂ ਜੀ ਤੇ ਭਾਈ ਮੇਰਾ ਜੀ ਧਰਤੀ ਤੇ ਡਿੱਗੇ ਹਨ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਥੋੜਾ ਜਿਹਾ ਅੱਗੇ ਹੋ ਗਏ ਹਨ। ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਮਸਾਨ ਦਾ ਯੁੱਧ ਇੱਥੇ ਕਰਨ ਲੱਗੇ ਹਨ। ਤੇ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੱਖੇ ਤਿੱਖੇ ਭੱਥੇ ਦੇ ਵਿੱਚੋਂ ਜਿਸ ਤਰ੍ਹਾਂ ਜੰਗ ਦੇ ਆਰੰਭ ਵੇਲੇ ਤੀਰ ਚਲਾਏ ਹਨ, ਇੱਕ ਵਾਰੀ ਫਿਰ ਪਾਤਸ਼ਾਹ ਜੀ ਨੇ ਭੱਥੇ ਕੋਲ ਮੰਗਵਾ ਲਏ ਤੇ ਬਚੇ ਹੋਏ ਅੰਤ ਵੇਲੇ ਦਾ ਜਿਹੜਾ ਦਲ ਹੈ ਉਹਨੂੰ ਖਤਮ ਕਰਨ ਵਾਸਤੇ ਸਤਿਗੁਰਾਂ ਨੇ ਫਿਰ ਤੇਜ਼ ਜਿਹੜੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਤੀਰ ਨਿਕਾਰਤ ਚਾਂਪ ਮੈਂ ਧਾਰਤ, ਕਹਿਣ ਲੱਗੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੀਰ ਕੱਢਦੇ ਹਨ ਭੱਥੇ ਦੇ ਵਿੱਚੋਂ ਤੇ ਤਿੱਲੇ ਤੇ ਉਸੇ ਵੇਲੇ ਚਾੜ ਲੈਂਦੇ ਹਨ ਤੇ ਜ਼ੋਰ ਦੇ ਨਾਲ ਫਿਰ ਨਿਸ਼ਾਨਾ ਲੈ ਕਰਕੇ ਪ੍ਰਹਾਰ ਕਰਦੇ ਹਨ। ਤੇ ਜਿੱਧਰਲੇ ਪਾਸੇ ਦਲ ਜਿਹੜਾ ਹੈ ਉਹ ਭਾਰੀ ਲੱਗਦਾ ਹੈ, ਆਪਣੇ ਯੋਧਿਆਂ ਵਾਲੇ ਪਾਸੇ ਵੱਡੀ ਗਿਣਤੀ ਦੇ ਵਿੱਚ ਵੱਧ ਰਿਹਾ ਹੈ। ਗਰੀਬ ਨਿਵਾਜ ਸਤਿਗੁਰਾਂ ਦਾ ਮੁੱਖ ਉਧਰ ਨੂੰ ਹੋ ਜਾਂਦਾ, ਤੀਰ ਦਾ ਨਿਸ਼ਾਨਾ ਉਧਰ ਜਾ ਕਰਕੇ ਲੱਗਦਾ ਹੈ ਤੇ ਸਤਿਗੁਰਾਂ ਨੇ ਵੱਡੇ ਜਿਹੜੇ ਭਾਰੇ ਦਲ ਸਨ
ਉਹਨਾਂ ਤੇ ਤੀਰਾਂ ਦਾ ਮੀਂਹ ਪਾ ਕਰਕੇ ਤੇ ਝਾਟੀ ਉਹਨਾਂ ਨੂੰ ਹੌਲੇ ਕਰ ਦਿੱਤਾ ਹੈ। ਬਰਿੰਦ ਜਹਾਂ ਰਿਪ ਮਾਰਤ ਹੈ ਤਹਿ ਬੀਦਤ ਜਾਤ ਹੈ ਘੋਰ ਘਨੇਰੇ। ਜਿਹੜਾ ਘੋਰ ਵੱਡਾ ਦਲ ਸੀਗਾ ਉਹਨਾਂ ਨੂੰ ਤੀਰ ਇਹ ਵਿੰਨ੍ਹਦੇ ਹੋਏ ਅੱਗੇ ਲੰਘਦੇ ਜਾ ਰਹੇ ਹਨ। ਔਰ ਇੱਕ ਇੱਕ ਤੀਰ ਦੇ ਸਾਹਮਣੇ ਲਾਈਨ ਦੇ ਵਿੱਚ ਜਿੰਨੇ ਵੀ ਸੂਰਮੇ ਆਉਂਦੇ ਹਨ ਉਹ ਤੀਰ ਕਾਫੀ ਅੱਗੇ ਤੱਕ ਜਾ ਕਰਕੇ ਕਈਆਂ ਨੂੰ ਧਰਤੀ ਤੇ ਵਿਛਾ ਦਿੰਦਾ, ਡੇਗ ਦਿੰਦਾ ਹੈ। ਕਹਿਣ ਲੱਗੇ ਏਕ ਪ੍ਰਹਾਰ ਅਨੇਕ ਸੰਘਾਰਤ। ਪ੍ਰਹਾਰ ਇੱਕ ਕਰਦੇ ਹਨ, ਨਿਸ਼ਾਨਾ ਇੱਕ ਲਾਉਂਦੇ ਹਨ, ਪਰ ਤੀਰ ਇੰਨੇ ਤੀਰ ਦੇ ਵਿੱਚ ਜ਼ੋਰ ਇੰਨਾ ਕੁ ਭਰ ਦਿੰਦੇ ਹਨ, ਤੀਰ ਇੰਨਾ ਖਿੱਚ ਕੇ ਚੱਲਦਾ ਹੈ ਕਿ ਉਹ ਕਈਆਂ ਨੂੰ ਪਾਰ ਕਰ ਜਾਂਦਾ ਹੈ। ਕਹਿਣ ਲੱਗੇ ਕਿ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਵੱਡਾ ਦੁਸ਼ਮਣਾਂ ਦਾ ਜਿਹੜਾ ਦਲ ਹੈ ਉਹਦਾ ਨਿਬੇੜਾ ਕਰ ਦਿੱਤਾ। ਜੋ ਸ਼ਰਮਾਰਤ ਸ਼ਤਰੂ ਨਿਬੇੜੇ। ਕਹਿਣ ਲੱਗੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਡੀ ਗਿਣਤੀ ਦੇ ਵਿੱਚ ਸ਼ਤਰੂਆਂ ਦਾ ਨਾਸ਼ ਕੀਤਾ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਰਾਂ ਦੇ ਨਾਲ ਜਿੱਥੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਲੜੇ ਹਨ, ਡਿੱਗੇ ਹਨ ਧਰਤੀ ਤੇ, ਉੱਥੇ ਜਿਹੜੇ ਘੋੜਿਆਂ ਤੇ ਚੜ੍ਹ ਕੇ ਉਹ ਤੇਜ਼ੀ ਦੇ ਨਾਲ ਅੱਗੇ ਵੱਧ ਰਹੇ ਸਨ, ਜੇ ਤੀਰ ਉਹਨਾਂ ਘੋੜਿਆਂ ਤੇ ਵੀ ਲੱਗੇ ਤੇ ਉਹ ਧਰਤੀ ਤੇ ਸੂਰਮਿਆਂ ਸਣੇ ਡਿੱਗ ਪਏ ਹਨ। ਸੂਰਮਿਆਂ ਦਾ ਵੀ ਅੰਤ ਹੋਇਆ ਹੈ, ਅਨੇਕਾਂ ਘੋੜੇ ਵੀ ਜ਼ਖਮੀ ਹੋਏ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਿਹਾ ਜਿਹੜਾ ਵੱਡਾ ਦਲ ਹੈ ਉਹਨੂੰ ਰੋਕ ਰਹੇ ਹਨ। ਤੇ ਕਹਿਣ ਲੱਗੇ ਕੁਝ ਜਿਹੜੇ ਸੂਰਮੇ ਇੱਕ ਉਹ ਜਿਹੜੇ ਧਰਤੀ ਤੇ ਡਿੱਗ ਪਏ ਤੇ ਉੱਚੀ ਉੱਚੀ ਬਚਾਅ ਕਰਨ ਵਾਸਤੇ ਆਵਾਜ਼ਾਂ ਦੇ ਰਹੇ ਸਨ। ਏਕ ਕਰਾਹਤ ਚਾਹਤ ਹੈ ਜਲ। ਇੱਕ ਕਰਲਾਉਂਦੇ ਹਨ ਤੇ ਆਵਾਜ਼ਾਂ ਮਾਰਦੇ ਹਨ, ਪਾਣੀ ਮੰਗ ਰਹੇ ਹਨ। ਤੇ ਕਹਿਣ ਲੱਗੇ ਇੱਕ ਜਿਹੜੇ ਸਨ ਏਕ ਦਲੇ ਹੈ ਪਾਇਨ ਕੇਰੇ। ਤੇ ਕਈ ਜਿਹੜੇ ਘੋੜਿਆਂ ਦੇ ਪੈਰਾਂ ਦੇ ਵਿੱਚ ਲਿਤਾੜੇ ਜਾ ਰਹੇ ਹਨ। ਤੇ ਕਈ ਯੋਧੇ ਜਿਨ੍ਹਾਂ ਤੇ ਸਤਿਗੁਰੂ ਦੇ ਔਰ ਬਾਬਾ ਬਿਧੀ ਚੰਦ ਜੀ ਵਰਗਿਆਂ ਦੇ ਤੇ ਹੋਰ ਸੈਨਾ ਦੇ ਯੋਧਿਆਂ ਦੇ ਤੀਰ ਲੱਗੇ ਹਨ, ਬਰਛੇ ਲੱਗੇ ਹਨ, ਜਿਹੜੇ ਧਰਤੀ ਤੇ ਡਿੱਗ ਪਏ ਸਨ ਗੋਲੀਆਂ ਦੇ ਵਾਰ ਖਾ ਕਰਕੇ। ਵੱਡਾ ਦਲ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਕਹਿਣ ਲੱਗੇ ਕਈ ਤਾਂ ਮੂਧੇ ਧਰਤੀ ਤੇ ਪਏ ਸਨ ਤੇ ਕਈ ਧਰਤੀ ਤੇ ਉੱਪਰ ਘੋੜਿਆਂ ਦੇ ਥੱਲੇ ਜਾਂ ਸਰੀਰਾਂ ਦੇ ਥੱਲੇ ਦੱਬੇ ਗਏ, ਕੁਚਲੇ ਗਏ। ਕਹਿਣ ਲੱਗੇ ਹੁਣ ਕਈ ਸਰੀਰਾਂ ਦੇ ਉੱਪਰ ਸਰੀਰ ਡਿੱਗ ਪਏ, ਢੇਰ ਲੱਗ ਗਏ ਸਨ। ਇੱਕ ਹਾਕ ਹਕਾਰਤ ਦੀਰਘ ਢੇਰੇ। ਤੇ ਕਈ ਬਚੇ ਹੋਏ ਆਪਣੇ ਅਖੀਰਲੇ ਸਵਾਸਾਂ ਦੇ ਨਾਲ ਆਵਾਜ਼ਾਂ ਦੇ ਰਹੇ ਸਨ ਕਿ ਭਾਈ ਸਾਡਾ ਕੋਈ ਪ੍ਰਬੰਧ ਕੀਤਾ ਜਾਏ, ਸਾਡਾ ਬਚਾਓ ਕੀਤਾ ਜਾਏ ਜੀ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖੱਪਰੇ, ਕਹਿਣ ਤੋਂ ਭਾਵ ਮੋਟੇ ਪੱਤਿਆਂ ਵਰਗੇ ਉਹਨਾਂ ਦੇ ਅੱਗੋਂ ਮੂੰਹ ਸਨ ਜਿਹੜੇ ਤੀਰ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਵੱਡੇ ਭਾਰੇ ਸਖਤ ਧਨੱਖ ਦੇ ਨਾਲ ਚੌੜੇ ਪੱਤਿਆਂ ਵਰਗੇ ਜਿਨ੍ਹਾਂ ਦੇ ਮੂੰਹ ਉਹ ਤੀਰ ਪਾਤਸ਼ਾਹ ਜੀ ਚਲਾ ਰਹੇ ਸਨ। ਯਉ ਖੱਪਰੇ ਗੁਰ ਕੇਰ ਚਲੇ। ਜਦੋਂ ਵੱਡੇ ਵੱਡੇ ਮੂੰਹ ਵਾਲੇ ਤੀਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੱਲੇ ਹਨ ਤੇ ਬੇਗਿਣਤ ਸੂਰਮੇ ਧਰਤੀ ਤੇ ਡਿੱਗੇ ਹਨ। ਤੇ ਜਿਹੜੇ ਯੋਧੇ ਦੁਸ਼ਮਣਾਂ ਦੇ ਦਲ ਬਾਦਸ਼ਾਹ ਦੀ ਫੌਜ ਕਹਿ ਰਹੀ ਸੀਗੀ ਕਿ ਆਪਾਂ ਛੇਵੇਂ ਪਾਤਸ਼ਾਹ ਜੀ ਨੂੰ ਤਾਂ ਖਤਮ ਕਰਨਾ ਹੀ ਹੈ, ਇਹ ਜਿਹੜਾ ਇਹਨਾਂ ਨੇ ਨਗਰ ਵਸਾਇਆ ਇਹਨੂੰ ਉਜਾੜ ਦੇਣਾ, ਘਰ ਢਾਹ ਦੇਣੇ ਹਨ, ਜਿਹੜੇ ਇਸ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਕਰ ਰਹੇ ਸਨ, ਉਹ ਸ਼੍ਰੀ ਕਰਤਾਰਪੁਰ ਸਾਹਿਬ ਜੀ ਵਾਲੇ ਪਾਸੇ ਵੱਧ ਰਹੇ ਹਨ। ਪਰ ਗੁਰੂ ਕੇ ਯੋਧਿਆਂ ਨੇ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ। ਸਤਿਗੁਰਾਂ ਨੇ ਇੰਨਾ ਕਰਾਰਾ ਪ੍ਰਹਾਰ ਕੀਤਾ ਹੈ, ਸ਼੍ਰੀ ਕਰਤਾਰਪੁਰੇ ਢਿੱਗ ਕੋ ਨਹਿ ਆਵਨ ਦੀਨਾ। ਕਿਸੇ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ। ਰਿਸੇ ਮਨ ਤੇ ਕਹਿਣ ਲੱਗੇ ਮਨ ਦੇ ਵਿੱਚ ਇੰਨਾ ਭਾਰੀ ਗੁਰੂ ਕੇ ਸਿੱਖਾਂ ਦੇ ਗੁੱਸਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਕਿਸੇ ਵੀ ਦੁਸ਼ਮਣ ਨੂੰ ਕਿਸੇ ਯੋਧੇ ਨੇ ਨੇੜੇ ਨਹੀਂ ਆਉਣ ਦਿੱਤਾ ਹੈ। ਤੇ ਜਿਸ ਤਰ੍ਹਾਂ ਤੇਜ ਵਹਾਅ ਦੇ ਵਿੱਚ ਆ ਰਹੀ ਬੰਨੇ ਤੋੜ ਕੇ ਜਿਹੜੀ ਨਦੀ ਹੈ ਉਹਨੂੰ ਇੱਕ ਤਗੜਾ ਜਿਹੜਾ ਪਹਾੜ ਹੈ ਉਹ ਰੋਕ ਲੈਂਦਾ ਹੈ, ਇਸੇ ਤਰ੍ਹਾਂ ਹੰਕਾਰਿਆ ਹੋਇਆ ਜਿਹੜਾ ਬਾਦਸ਼ਾਹ ਦਾ ਬਹੁਤ ਵੱਡਾ ਦਲ ਹੈ
ਉਸ ਨੂੰ ਗੁਰੂ ਕੇ ਸਿੱਖ ਪਹਾੜ ਬਣ ਕੇ ਅੱਗੇ ਖੜ ਗਏ। ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਨੇੜੇ ਵੀ ਉਹ ਜਾ ਨਹੀਂ ਸਕੇ ਹਨ। ਤੇ ਹੁਣ ਜ਼ਖਮ ਖਾ ਖਰ ਕੇ ਤੀਰਾਂ ਦੇ ਤੇ ਗੋਲੀਆਂ ਦੇ ਵਾਰ ਖਾ ਖਰ ਕੇ ਤਲਵਾਰਾਂ ਦੇ ਧਰਤੀ ਤੇ ਡਿੱਗੀ ਜਾ ਰਹੇ ਹਨ। ਅਨੇਕਾਂ ਤੇ ਵਾਰ ਹੋਏ, ਸਾਰੇ ਧਰਤੀ ਤੇ ਡਿੱਗੇ, ਕਈਆਂ ਦੇ ਸਰੀਰਾਂ ਦੇ ਕਈ ਕਈ ਅੰਗ ਭਾਗ ਹੋ ਗਏ ਹਨ। ਤੇ ਹੁਣ ਕਾਲੇ ਖਾਂ ਕਹਿਣ ਲੱਗੇ, ਉਸ ਵੇਲੇ ਕੁਤਬ ਖਾਂ ਜਿਹੜਾ ਸੀਗਾ ਇੱਕੋ ਇੱਕ ਕਾਲੇ ਖਾਂ ਦਾ ਬਚਿਆ ਹੋਇਆ ਸੈਨਾਪਤੀ, ਜਾਂ ਤਾਂ ਮੁਖੀ ਕਾਲੇ ਖਾਂ ਰਹਿ ਗਿਆ ਹੈ ਜਾਂ ਇੱਕ ਇਹਦਾ ਯੋਧਾ ਰਹਿ ਗਿਆ ਹੈ ਸੈਨਾਪਤੀ ਕੁਤਬ ਖਾਂ, ਜਿਹੜਾ ਕਾਲੇ ਖਾਂ ਦੇ ਅੱਗੇ ਅੱਗੇ ਆ ਰਿਹਾ ਸੀਗਾ। ਖਾਂ ਕੁਤਬ ਜਦੋਂ ਆਪਣੇ ਸਾਥੀਆਂ ਦੇ ਧਰਤੀ ਤੇ ਢੇਰ ਲੱਗੇ ਹੋਏ ਦੇਖਦਾ ਹੈ ਤੇ ਬੜੇ ਕ੍ਰੋਧ ਵਿੱਚ ਆ ਜਾਂਦਾ ਹੈ। ਖਾਂ ਕੁਤਬੇ ਤਬ ਕ੍ਰੋਧ ਕਰਿਓ। ਸਤਿਗੁਰਾਂ ਦੇ ਦਲ ਨੇ ਇਤਨਾ ਤਗੜਾ ਪ੍ਰਹਾਰ ਕੀਤਾ ਹੈ ਜਿਸ ਨੂੰ ਦੇਖ ਕੇ ਕੁਤਬ ਖਾਂ ਕ੍ਰੋਧ ਦੇ ਵਿੱਚ ਆ ਗਿਆ। ਤੇ ਉਸ ਵੇਲੇ ਪਿੱਖ ਪ੍ਰੇਰ ਤੋਂ ਰੰਗ ਭਇਓ ਸਮਹਾਈ, ਆਪਣੇ ਘੋੜੇ ਨੂੰ ਅੱਡੀ ਲਾ ਕਰਕੇ ਕਾਲੀ ਦੇ ਨਾਲ ਆਪਣੇ ਦਲ ਦੇ ਅੱਗੇ ਆ ਗਿਆ ਹੈ। ਜਿਸ ਬਾਣ ਸ੍ਰੀ ਗੁਰ ਹੈ ਜਿਸ ਬਾਣ ਥੇ ਕਹੋ ਦਾਨ ਪ੍ਰਹਾਰਤ ਸੂਰਨ ਧਾਰੀ। ਤੇ ਜਿਸ ਜਗ੍ਹਾ ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਯੋਧੇ ਸਤਿਗੁਰਾਂ ਨੂੰ ਭੱਥਿਆਂ ਦੇ ਵਿੱਚੋਂ ਤੀਰ ਕੱਢ ਕੱਢ ਕੇ ਦੇ ਰਹੇ ਹਨ ਤੇ ਪਾਤਸ਼ਾਹ ਜੀ ਲਗਾਤਾਰ ਤੀਰਾਂ ਦੇ ਨਾਲ ਮੀਂਹ ਪਾ ਰਹੇ ਸਨ। ਜਿੱਧਰਲੇ ਪਾਸੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਨ, ਉਧਰਲੇ ਪਾਸੇ ਹੁਣ ਕੁਤਬ ਖਾਂ ਗਿਆ ਹੈ। ਸ੍ਰੀ ਗੁਰ ਹੈ ਜਿਸ ਥਾਨ ਥਿਰੇ ਬਾਹੁ ਬਾਣ ਪ੍ਰਹਾਰਤ ਸੂਰਨ ਘਾਈ। ਬੜੇ ਕਾਲੀ ਦੇ ਨਾਲ ਤੀਰਾ ਚਲਾ ਚਲਾ ਕੇ ਤੇ ਦੁਸ਼ਮਣਾਂ ਦੇ ਢੇਰ ਲਾਈ ਜਾ ਰਹੇ ਸਨ। ਉਧਰਲੇ ਪਾਸੇ ਹੁਣ ਕੁਤਬ ਖਾਂ ਆਇਆ ਹੈ। ਆਨ ਮਰਿਓ ਲਲਕਾਰ ਪਰਿਓ ਉਤਰਿਓ ਅਬ ਥਾਨ ਰਿਓ ਅਗਵਾਈ। ਤੇ ਆਉਂਦਿਆਂ ਸਾਰ ਕੁਤਬ ਖਾਂ ਜਿਹੜਾ ਸੂਬੇਦਾਰ ਨਵਾਬ ਹੈ ਤੇ ਆਪਣੇ ਸਰੀਰ ਤੇ ਆਪਣੀ ਯੁੱਧ ਵਿਦਿਆ ਤੇ ਇਹਨੂੰ ਵੀ ਤਗੜਾ ਮਾਣ ਹੈ, ਤਗੜਾ ਯੋਧਾ ਹੈ, ਸੈਨਾਪਤੀ ਹੈ। ਹੁਣ ਆ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਤੇ ਲਲਕਾਰਦਾ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ, ਹੇ ਪਾਤਸ਼ਾਹ ਲਗਾਤਾਰ ਤੀਰਾਂ ਦਾ ਤੁਸੀਂ ਤੀਰ ਚਲਾ ਰਹੇ ਹੋ, ਮੀਂਹ ਪਾ ਰਹੇ ਹੋ ਤੇ ਮੈਂ ਤੁਹਾਨੂੰ ਲਲਕਾਰਦਾ ਹਾਂ। ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੇ ਨਾਲ ਯੁੱਧ ਕਰੋ, ਮੁਕਾਬਲਾ ਕਰੋ ਜੀ। ਔਰ ਬੜੇ ਤੇਜ਼ੀ ਦੇ ਨਾਲ ਕੱਢ ਕੇ ਉਸੇ ਵੇਲੇ ਕਹਿਣ ਲੱਗੇ, ਇਹ ਜਿਹੜਾ ਕੁਤਬ ਖਾਂ ਹੈ ਇਹ ਵੀ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕਦਮ ਲਲਕਾਰ ਕੇ ਤੇ ਆਪਣੇ ਜਿਹੜੇ ਤੀਰ ਉਹ ਸਤਿਗੁਰਾਂ ਵਾਲੇ ਪਾਸੇ, ਯੋਧਿਆਂ ਵਾਲੇ ਪਾਸੇ ਚਲਾਏ ਹਨ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਵੇਲੇ ਝਾਟੀ ਆਪਣੇ ਆਪ ਨੂੰ ਕੁਤਬ ਖਾਂ ਦੇ ਤੀਰਾਂ ਦੇ ਨਿਸ਼ਾਨਿਆਂ ਤੋਂ ਬਚਾਇਆ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਛੇੜਿਆ। ਘੋੜਾ ਕਦੇ ਚੰਚਲ ਘੋੜਾ, ਉਸ ਵੇਲੇ ਦਿਲਬਾਗ ਘੋੜਾ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਛਾਲ ਮਾਰ ਕੇ ਕਦੇ ਇੱਧਰ ਹੁੰਦਾ ਹੈ ਕਦੇ ਉੱਧਰ ਹੁੰਦਾ ਹੈ ਤੇ ਸਤਿਗੁਰਾਂ ਨੇ ਕੁਤਬ ਖਾਂ ਦੇ ਤੀਰਾਂ ਤੋਂ ਆਪਣਾ ਬਚਾਅ ਕਰ ਲਿਆ ਹੈ। ਤੇ ਉਸੇ ਵੇਲੇ ਫਿਰ ਕਹਿਣ ਲੱਗੇ, ਤਾਹੇ ਬਚਾਏ ਗੁਰੂ ਕਰ ਤੂਰਨ ਤੀਰਨ ਦੇ ਖੰਗ ਤੇ ਭੀਮ ਨਿਕਾਰਾ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਪਾਸੇ ਹੋ ਗਏ ਹਨ। ਜਿਉ ਹੱਸ ਜਿਉ ਹੈ ਪ੍ਰੀਤ ਅਗਰ ਤੁਧ ਆਵਤ ਅੰਦਰ ਅੰਡ ਮੈਂ ਐ ਤੁਮਾਰਾ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਨੂੰ ਇੱਕ ਜਗ੍ਹਾ ਤੇ ਕਰਕੇ ਤੇ ਫਿਰ ਪਾਤਸ਼ਾਹ ਜੀ ਨੇ ਆਪ ਵੀ ਇੱਕ ਸਖਤ ਤਗੜਾ ਜਿਹੜਾ ਤੀਰ ਕੱਢ ਕੇ ਚਿੱਲੇ ਤੇ ਚਾੜਿਆ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੋਂ ਸਾਵਾਂ ਕੁਤਬ ਖਾਂ ਦੇ ਉੱਪਰ ਵਾਰ ਕੀਤਾ ਹੈ। ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਰ ਤੋਂ ਕੁਤਬ ਖਾਂ ਨੇ ਆਪਣੇ ਸਰੀਰ ਨੂੰ ਤਾਂ ਬਚਾ ਲਿਆ ਹੈ, ਪਰ ਇੱਕਦਮ ਜਦੋਂ ਘੋੜਾ ਹਿੱਲਿਆ ਹੈ ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੀਰ ਜਿਹੜਾ ਸੀਗਾ ਉਹ ਕੁਤਬ ਖਾਂ ਦੇ ਘੋੜੇ ਦੇ ਵਿੱਚ ਦੀ ਇਸ ਤਰ੍ਹਾਂ ਪ੍ਰਵੇਸ਼ ਕਰ ਗਿਆ, ਉਹਦੇ ਸਰੀਰ ਨੂੰ ਇਸ ਤਰ੍ਹਾਂ ਵਿੰਨ ਗਿਆ ਜਿਸ ਤਰ੍ਹਾਂ ਵਰਮੀ ਦੇ ਵਿੱਚ ਕਾਲੀ ਦੇ ਨਾਲ ਸੱਪ ਵੜ ਜਾਂਦਾ ਹੈ। ਇਸੇ ਤਰ੍ਹਾਂ ਘੋੜੇ ਦੇ ਵਿੱਚ ਦੀ ਤੀਰ ਪਾਤਸ਼ਾਹ ਜੀ ਦਾ ਅੱਗੇ ਲੰਘ ਗਿਆ ਹੈ।
ਮਾਰਾ। ਤੇ ਉਸੇ ਵੇਲੇ ਤੀਰ ਵਿੰਨਦਾ ਹੋਇਆ ਘੋੜੇ ਨੂੰ ਪਾਰ ਕਰ ਗਿਆ ਹੈ ਤੇ ਪਾਰਲੇ ਪਾਸੇ ਦੀ ਅੱਗੇ ਨਿਕਲ ਗਿਆ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਨਾ ਤੇਜ਼ ਚੱਲਿਆ ਹੋਇਆ ਤੀਰ ਦਾ ਵਾਰ ਹੋਇਆ ਹੈ। ਤੇ ਜਿਸ ਤਰ੍ਹਾਂ ਇੱਕੇ ਦਮ ਕੇਲੇ ਦੇ ਉੱਪਰ ਵਾਰ ਕਰੀਦਾ ਤਲਵਾਰ ਦੇ ਨਾਲ ਤੇ ਕੇਲੇ ਦਾ ਬੂਟਾ ਜਿਸ ਤਰ੍ਹਾਂ ਕੱਟਿਆ ਜਾਂਦਾ ਹੈ, ਡਿੱਗ ਪੈਂਦਾ ਹੈ, ਇਸੇ ਤਰ੍ਹਾਂ ਕੁਤਬ ਖਾਂ ਘੋੜੇ ਤੋਂ ਥੱਲੇ ਡਿੱਗਿਆ, ਘੋੜਾ ਜ਼ਖਮੀ ਹੋ ਗਿਆ, ਘੋੜਾ ਵੀ ਡਿੱਗ ਪਿਆ ਹੈ। ਕਹਿਣ ਲੱਗੇ ਹੁਣ ਇਹ ਘੋੜੇ ਤੋਂ ਕੁਤਬ ਖਾਂ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਵਾਰ ਕੀਤੇ ਹਨ। ਪਾਤਸ਼ਾਹ ਜੀ ਨੇ ਤੇ ਬਚਾ ਕਰ ਲਿਆ ਹੈ, ਪਰ ਇਹ ਕੁਤਬ ਖਾਂ ਘੋੜੇ ਤੋਂ ਥੱਲੇ ਡਿੱਗ ਗਿਆ ਹੈ। ਸਮੁਖ ਸ੍ਰੀ ਹਰਗੋਬਿੰਦ ਕੇ ਪਦ ਧਾਰੇ ਪੜੇ ਗਏ ਕਹਿ ਖੰਡ ਘੋੜਾ। ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਲੇ ਪਾਸੇ ਇੱਕੇ ਦਮ ਕੁਤਬ ਖਾਂ ਵਧਿਆ ਹੈ ਤੇ ਇਹਨੇ ਕਾਲੀ ਦੇ ਨਾਲ ਆਪਣੀ ਜਿਹੜੀ ਤਲਵਾਰ ਹੈ ਉਹਨੂੰ ਬੇਮਿਆਨਾ ਕੀਤਾ ਹੈ। ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੇ ਪਾਸੇ ਦਿਸ਼ਾ ਵਾਲੇ ਪਾਸੇ ਦੌੜਿਆ ਹੈ, ਇੱਕੇ ਦਮ ਵਾਰ ਕਰਦਾ ਹੈ। ਆਪ ਗੁਰੂ ਤਬ ਐਂਤ ਨਮ ਕੇ ਬਿਆਨ ਆਨ ਪ੍ਰਹਾਰ ਕਰਿਓ ਹੈ ਕਿ ਮੁਖਲੀਨ ਵਿਚਾਰੇ ਲਗਿਓ ਕਿਛ ਥੂਰਾ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਹਨੇ ਕੁਤਬ ਖਾਨੇ ਵਾਰ ਕੀਤੇ ਹਨ ਤੇ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਆਪ ਨੂੰ ਤੇ ਘੋੜੇ ਨੂੰ ਬਚਾਇਆ ਹੈ। ਘੋੜੇ ਦੇ ਕੁਝ ਕੁਤਬ ਖਾਨ ਦੇ ਵਾਰਾਂ ਦੇ ਨਾਲ ਜ਼ਖਮ ਹੋਇਆ ਹੈ। ਗੁਰੂ ਤਬ ਐਂਤ ਕੇ ਬਿਆਨ ਤੇ ਬੀਗ ਸਮੇਤ ਲਗਿਓ ਚਲਾਏ ਸੁਜੂਰਾ। ਤੇ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਗੁਰੂ ਤਬ ਐਂਚ ਕੇ ਮਿਆਨ ਤੇ ਬੇਗ ਸਮੇਤ ਚਲਾਏ ਸੁਜੋਰਾ। ਸਤਿਗੁਰਾਂ ਨੇ ਆਪਣੀ ਤਲਵਾਰ ਬੇਮਿਆਨੀ ਕੀਤੀ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਕੁਤਬ ਖਾਨ ਦੇ ਵਾਂਗ ਹੀ ਸਤਿਗੁਰੂ ਜੀ ਵੀ ਥੱਲੇ ਉਤਰੇ ਹਨ ਔਰ ਦੋਨਾਂ ਦਾ ਕੁਤਬ ਖਾਨ ਦਾ ਔਰ ਛੇਵੇਂ ਪਾਤਸ਼ਾਹ ਜੀ ਦਾ ਇੱਥੇ ਫਿਰ ਅਖੀਰ ਵੇਲੇ ਜੰਗ ਦੇ ਵਿੱਚ ਇੱਕ ਤਗੜਾ ਮੁਕਾਬਲਾ ਹੋਇਆ ਹੈ। ਤੇ ਕੁਤਬ ਖਾਨ ਨੇ ਬੜਾ ਜ਼ੋਰ ਲਾਇਆ ਹੈ। ਕਈ ਵਾਰ ਤਾਂ ਆਪਣਾ ਜਿਹੜਾ ਬਚਾਅ ਹੈ ਕੁਤਬ ਖਾਨ ਨੇ ਵਾਰ ਕੀਤੇ ਵੀ ਹਨ, ਸਤਿਗੁਰਾਂ ਨੇ ਰੋਕੇ ਹਨ ਤੇ ਕੁਛ ਕੁ ਵਾਰ ਕੁਤਬ ਖਾਨ ਨੇ ਵੀ ਪਾਤਸ਼ਾਹ ਜੀ ਦੇ ਰੋਕ ਲਏ ਹਨ, ਪਰ ਬਹੁਤਾ ਸਮਾਂ ਆਪਣਾ ਜਿਹੜਾ ਸਰੀਰ ਹੈ ਕੁਤਬ ਖਾਂ ਬਚਾ ਨਹੀਂ ਸਕਿਆ ਹੈ। ਤੇ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਤੇਜ਼ ਜਿਹੜਾ ਵਾਰ ਤਲਵਾਰ ਦਾ, ਕਹਿਣ ਲੱਗੇ ਜਿਹੜਾ ਕੁਤਬ ਖਾਂ ਜਦੋਂ ਥੋੜਾ ਕੋ ਨੇੜੇ ਹੋਇਆ ਹੈ ਪਾਤਸ਼ਾਹ ਜੀ ਨੇ ਦਾ ਦੇਖਿਆ ਹੈ, ਇੱਕਦਮ ਜ਼ੋਰ ਦੇ ਨਾਲ ਪ੍ਰਹਾਰ ਕੀਤਾ ਤੇ ਵਾਰ ਸਿੱਧਾ ਜਾ ਕਰਕੇ ਧੌਣ ਤੇ ਲੱਗਿਆ ਹੈ, ਗਲੇ ਦੇ ਵਿੱਚ ਲੱਗਿਆ ਹੈ। ਗਰੀਬ ਪੈ ਲਾਗ ਗਇਓ ਖਗ ਭੀਖਨ। ਤੇਜ਼ ਜਿਹੜੀ ਤਲਵਾਰ ਹੈ ਉਹਦਾ ਜਦੋਂ ਵਾਰ ਤਗੜਾ ਲੱਗਾ ਹੈ, ਤੀਖਨ ਧਾਰ ਵਿਸਾਲ ਤਜਿਓ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੱਖੀ ਜਿਹੜੀ ਤਲਵਾਰ ਹੈ ਉਹਨੇ ਤਗੜਾ ਜਿਹੜਾ ਵਾਰ ਹੈ ਕੁਤਬ ਖਾਨ ਦੇ ਗਲੇ ਦੇ ਉੱਪਰ ਕੀਤਾ ਹੈ। ਹੁਣ ਕੁਤਬ ਖਾਨ ਦਾ ਜਿਹੜਾ ਸਿਰ ਹੈ ਉਹ ਧੜ ਦੇ ਨਾਲੋਂ ਕਿਤੇ ਦੂਰ ਜਾ ਕਰਕੇ ਡਿੱਗਾ ਹੈ। ਤੇ ਹੁਣ ਕੀ ਹੋਇਆ, ਕੁਝ ਕੁ ਸਮਾਂ ਕਿਉਂਕਿ ਜਦੋਂ ਸਰੀਰ ਗਰਮ ਹੋਵੇ ਤੇ ਕੁਝ ਕੁ ਸਮਾਂ ਜਿਹੜਾ ਧੜ ਕੱਲਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਇੱਧਰ ਉੱਧਰ ਹਿੱਲਿਆ ਹੈ, ਕੁਝ ਕੁ ਸਮਾਂ ਧੜ ਖੜਾ ਰਿਹਾ ਹੈ ਤੇ ਜਿਹੜਾ ਸਿਰ ਹੈ ਉਹ ਪਰਾਂ ਜਾ ਕਰਕੇ ਡਿੱਗ ਗਿਆ। ਆਪਾਂ ਕਈ ਵਾਰੀ ਆ ਦੇਖਦੇ ਹਾਂ ਆ ਜਦੋਂ ਬੱਕਰਾ ਵਗੈਰਾ ਉਹਦਾ ਸਿਰ ਲਾਇਆ ਜਾਂਦਾ ਉਹ ਵੀ ਕੁਝ ਕੁ ਸਮਾਂ ਉਹ ਵੀ ਦੌੜਦਾ ਇੱਧਰ ਉੱਧਰ ਨੂੰ ਭੱਜਦਾ ਹੈ। ਇਸੇ ਤਰ੍ਹਾਂ ਹੁਣ ਸਿਰ ਲਾ ਦਿੱਤਾ ਗਿਆ ਹੈ ਕੁਤਬ ਖਾਨ ਦਾ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ, ਪਰ ਜਿਹੜਾ ਧੜ ਹੈ ਉਹ ਕੁਝ ਕੁ ਸਮੇਂ ਵਾਸਤੇ ਜਿਵੇਂ ਕੋਈ ਨੱਚਦਾ ਹੋਵੇ, ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਕੁਤਬ ਖਾਨ ਦਾ ਹਾਲ ਹੋਇਆ ਹੈ। ਤੇ ਪਰ ਕੁਝ ਕੁ ਸਮੇਂ ਬਾਅਦ ਫਿਰ ਕੇਲੇ ਦੇ ਬੂਟੇ ਦੇ ਵਾਂਗ, ਬ੍ਰਿਸ਼ ਦੇ ਵਾਂਗ ਇਹ ਧਰਤੀ ਤੇ ਡਿੱਗ ਗਿਆ ਹੈ। ਕੁਝ ਕੁ ਸਮੇਂ ਬਾਅਦ ਇੱਧਰ ਉੱਧਰ ਨੱਚਦਾ ਹੈ ਸਰੀਰ, ਬਾਅਦ ਵਿੱਚ ਇੱਕਦਮ ਧਰਤੀ ਤੇ ਡਿੱਗ ਪੈਂਦਾ ਹੈ। ਕਹਿਣ ਲੱਗੇ ਬਰ ਸ਼ਰੋਨ ਧੂਲ ਕੇ ਸੰਗ ਰਚਿਓ। ਖੂਨ ਸਰੀਰ ਦੇ ਵਿੱਚੋਂ ਵਹਿ ਕਰਕੇ ਮਿੱਟੀ ਦੇ ਵਿੱਚ ਮਿਲ ਗਿਆ ਹੈ। ਕੁਝ ਕੁ ਸਮੇਂ ਬਾਅਦ ਕੁਤਬ ਖਾਨ ਦਾ ਜਿਹੜਾ ਬੜਾ ਹੰਕਾਰੀ ਸੀਗਾ, ਬੜੀ ਤੇਜ਼ੀ ਦੇ ਨਾਲ ਵਾਰ ਕਰ ਰਿਹਾ ਸੀਗਾ,
ਇਹਦਾ ਸਰੀਰ ਧਰਤੀ ਤੇ ਡਿੱਗ ਕੇ ਸ਼ਾਂਤ ਹੋ ਗਿਆ ਹੈ। ਜਬ ਮਾਰ ਲਿਓ ਤਿਸ ਤੀਰਥ ਵੀਰ ਪਰੇ ਕਰ ਰਾਈ। ਤੇ ਜਦੋਂ ਕੁਤਬ ਖਾਨ ਨੂੰ ਪਾਤਸ਼ਾਹ ਜੀ ਨੇ ਮਾਰ ਲਿਆ ਹੈ, ਧਰਤੀ ਤੇ ਡਿੱਗ ਲਿਆ ਹੈ, ਸਿਰ ਕਿਤੇ ਡਿੱਗਾ ਹੈ, ਧੜ ਕਿਤੇ ਜਾ ਕਰਕੇ ਡਿੱਗਾ ਹੈ, ਤੇ ਕਹਿਣ ਲੱਗੇ ਕਿ ਹੁਣ ਇਹਦੇ ਜਿਹੜੇ ਸਾਥੀ ਸਨ ਉਹ ਬੜੇ ਗੁੱਸੇ ਦੇ ਵਿੱਚ ਆ ਗਏ। ਉਹਨਾਂ ਨੇ ਇਕੱਠਿਆਂ ਹੋ ਕਰਕੇ ਪਹਿਲਾਂ ਤਾਂ ਖੜੇ ਸਨ, ਦੋਨਾਂ ਦਾ ਯੁੱਧ ਦੇਖ ਰਹੇ ਸਨ ਸਾਰੇ, ਪਰ ਹੁਣ ਗੁੱਸੇ ਦੇ ਵਿੱਚ ਆ ਕਰਕੇ ਸਾਰੇ ਅੱਗੇ ਵੱਧ ਗਏ ਹਨ ਤੇ ਕਿ ਦਮ ਵਾਰ ਕਰਨ ਲੱਗੇ ਹਨ। ਔਰ ਇੱਧਰ ਫਿਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਜਰਨੈਲ ਬਾਬਾ ਵਿਧੀ ਚੰਦ ਆਪਣੇ ਦਲ ਨੂੰ ਲਲਕਾਰ ਕੇ ਤੇ ਇਹ ਵੀ ਅੱਗੇ ਆ ਗਿਆ ਹੈ। ਕੁਤਬ ਖਾਨ ਦਾ ਜਿਹੜਾ ਦਲ ਹੈ ਉਹਦੇ ਨਾਲ ਫਿਰ ਬਾਬਾ ਵਿਧੀ ਚੰਦ ਜੀ ਦਾ ਜਿਹੜਾ ਦਲ ਹੈ ਉਹਦਾ ਤਗੜਾ ਮੁਕਾਬਲਾ ਹੋਇਆ ਹੈ। ਹੁਣ ਜੰਗ ਦੇ ਮੈਦਾਨ ਦਾ ਐਸਾ ਕਰਾਰਾ ਤੇ ਐਸਾ ਸਿਖਰ ਵਾਲਾ ਸਮਾਂ ਆਇਆ ਹੈ। ਜੰਗ ਦੇ ਮੈਦਾਨ ਦੇ ਵਿੱਚ ਨਹੀਂ ਅੱਗ ਪੈਦਾ ਹੋ ਰਹੀ ਹੈ ਤਲਵਾਰਾਂ ਦੇ ਵਿੱਚੋਂ। ਕਹਿਣ ਲੱਗੇ ਕਿ ਹੁਣ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਜਿਸ ਤਰ੍ਹਾਂ ਜੰਗਲ ਦੇ ਵਿੱਚ ਜੇ ਕਿਤੇ ਅੱਗ ਦਿਸ ਪਵੇ, ਪਤੰਗਿਆਂ ਨੂੰ ਅੱਗ ਲੱਗ ਗਈ ਹੋਵੇ ਤੇ ਉਹ ਪਤੰਗੇ ਅੱਗ ਨੂੰ ਦੇਖ ਕੇ ਇੰਨੇ ਕੁ ਖੁਸ਼ ਹੁੰਦੇ ਹਨ, ਆਪਣੀ ਜਾਨ ਦੀ ਪਰਵਾਹ ਵੀ ਨਹੀਂ ਉਹਨਾਂ ਨੂੰ ਹੁੰਦੀ। ਅੱਗ ਦੇ ਨਾਲ ਤੇ ਰੌਸ਼ਨੀ ਦੇ ਨਾਲ ਇਤਨਾ ਪਿਆਰ ਹੈ, ਅੱਗ ਦੇ ਉੱਪਰ ਆ ਕੇ ਖੰਭ ਉਹਨਾਂ ਦੇ ਸੜਦੇ ਜਾਣਗੇ ਤੇ ਉਹ ਅੱਗ ਦੇ ਵਿੱਚ ਹੀ ਡਿੱਗਦੇ ਜਾਣਗੇ। ਉਹਨਾਂ ਦਾ ਅੱਗ ਦੇ ਨਾਲ ਤੇ ਰੌਸ਼ਨੀ ਦੇ ਨਾਲ ਇੰਨਾ ਪਿਆਰ ਹੈ। ਪਰ ਘਰਾਂ ਦੇ ਵਿੱਚ ਵੀ ਕਈ ਵਾਰੀ ਬਲਬ ਜਾਂ ਟਿਊਬਾਂ ਜਦੋਂ ਜਗਦੀਆਂ ਹਨ ਤੇ ਛੋਟੇ ਛੋਟੇ ਜੀਵ ਆ ਕਰਕੇ ਉਹਦੇ ਦੁਆਲੇ ਦੁਆਲੇ ਘੁੰਮਦੇ ਹਨ, ਦੀਵਿਆਂ ਦੇ ਉੱਪਰ ਵੀ। ਹੁਣ ਅੱਗ ਦੇ ਵਿੱਚ ਜਿਸ ਤਰ੍ਹਾਂ ਪਤੰਗੇ ਆ ਕੇ ਡਿੱਗਦੇ ਹਨ, ਉਸੇ ਤਰ੍ਹਾਂ ਸੂਰਮੇ ਜਿੱਥੇ ਜੰਗ ਦਾ ਮੈਦਾਨ ਦਾ ਬੜਾ ਕਰਾਰਾ ਯੁੱਧ ਹੋ ਰਿਹਾ ਹੈ, ਉੱਥੇ ਜਿਸ ਤਰ੍ਹਾਂ ਪਤੰਗੇ ਆ ਕੇ ਸੜਦੇ ਹਨ, ਉਸੇ ਤਰ੍ਹਾਂ ਦੋਨਾਂ ਪਾਸਿਆਂ ਦੇ ਯੋਧੇ ਅੱਗੇ ਭੱਜ ਕੇ ਦੌੜ ਕੇ ਆਉਂਦੇ ਹਨ। ਕੁਝ ਕੁ ਸਮੇਂ ਬਾਅਦ ਉਹਨਾਂ ਦੇ ਸਰੀਰ ਕੱਟੇ ਜਾਂਦੇ ਹਨ, ਧਰਤੀ 'ਤੇ ਡਿੱਗ ਪੈਂਦੇ ਹਨ, ਹੋਰ ਅੱਗੇ ਆ ਜਾਂਦੇ ਹਨ। ਇਸੇ ਤਰ੍ਹਾਂ ਤਗੜਾ ਹੋਣਾ ਅਖੀਰਲੇ ਸਮੇਂ ਯੁੱਧ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਲ ਦਾ ਤੇ ਬਾਦਸ਼ਾਹੀ ਦਲ ਦਾ ਹੋਇਆ ਹੈ। ਤੇ ਹੁਣ ਕਹਿਣ ਲੱਗੇ ਕਾਲੀ ਦੇ ਨਾਲ ਤੀਰ ਤੁਰੰਗਣ ਤੋਮਰ ਤੇ ਤਲਵਾਰਾਂ ਤੇ ਖਗ ਸਾਗ ਤਸਾਈ। ਹੁਣ ਤੀਰਾਂ ਦੇ ਨਾਲ ਵੀ ਕੁਝ ਉਹਦੇ ਵਾਰ ਕਰ ਰਹੇ ਸਨ ਤੇ ਤੁਫੰਗਣ ਬਚੀਆਂ ਹੋਈਆਂ ਗੋਲੀਆਂ ਦਾ ਵੀ ਵਾਰ ਕਰ ਰਹੇ ਹਨ। ਤੋਮਰ ਕਿਸੇ ਦੇ ਕੋਲ ਬਰਸ਼ੇ ਤੇ ਬਰਸ਼ੀਆਂ ਹਨ, ਉਹਨਾਂ ਦੇ ਨਾਲ ਇੱਕ ਦੂਜੇ ਦੀ ਛਾਤੀ ਵਿੰਨ ਰਹੇ ਹਨ ਤੇ ਛਾਲ ਮਾਰ ਕੇ ਛਾਤੀ ਦੇ ਵਿੱਚ ਦੀ ਜਿਹੜਾ ਨੇਜਾ ਹੈ ਉਹ ਕੱਢ ਦਿੰਦੇ ਹਨ, ਪਰੋ ਦਿੰਦੇ ਹਨ। ਤਲਵਾਰਾਂ ਦੇ ਨਾਲ, ਨੇਜਿਆਂ ਦੇ ਨਾਲ, ਤੀਰਾਂ ਦੇ ਨਾਲ, ਗੋਲੀਆਂ ਦੇ ਨਾਲ ਅਖੀਰ ਵੇਲੇ ਫਿਰ ਤਗੜਾ ਇੱਕ ਯੁੱਧ ਮਚਿਆ ਹੈ। ਹੁਣ ਨੇੜੇ ਹੋ ਕਰਕੇ ਹੱਥੋਂ ਪਾਈ ਕਈ ਸੂਰਮੇ ਜਦੋਂ ਸ਼ਸਤਰ ਟੁੱਟ ਜਾਂਦੇ ਹਨ ਜਾਂ ਡਿੱਗ ਜਾਂਦੇ ਹਨ, ਨਿਹੱਥੇ ਹੋ ਜਾਂਦੇ ਹਨ, ਇੱਕ ਦੂਜੇ ਨੂੰ ਧੱਕਾ ਮਾਰ ਕੇ ਧਰਤੀ ਤੇ ਡਿੱਗ ਦਿੰਦੇ ਹਨ ਤੇ ਕਮਰ ਕੱਸੇ ਦੇ ਵਿੱਚੋਂ ਛੋਟੇ ਸ਼ਸਤਰ ਕੱਢ ਕੇ ਇੱਕ ਦੂਜੇ ਦੀ ਛਾਤੀ ਦੇ ਵਿੱਚ ਦੀ ਲੰਘਾ ਦਿੰਦੇ ਹਨ, ਧੱਕਦੇ ਹਨ, ਡੇਗਦੇ ਹਨ, ਇੱਕ ਦੂਜੇ ਨੂੰ ਥੱਲੇ ਰੱਖਦੇ ਹਨ। ਜਿਸ ਤਰ੍ਹਾਂ ਬਾਲਕ ਖੇਡ ਰਹੇ ਹੋਣ, ਇੱਕ ਦੂਜੇ ਨੂੰ ਧੱਕਦੇ ਹਨ, ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ। ਇਸੇ ਤਰ੍ਹਾਂ ਯੋਧੇ ਇੱਕ ਦੂਜੇ ਦੇ ਬਿਲਕੁਲ ਨੇੜੇ ਆ ਕਰਕੇ ਤਗੜਾ ਯੁੱਧ ਕਰ ਰਹੇ ਸਨ। ਤੇ ਹੁਣ ਇਹਨਾਂ ਦੇ ਜਿਹੜੇ ਬਸਤਰ ਉਹ ਲਾਲ ਰੰਗ ਦੇ ਹੋ ਗਏ ਹਨ, ਲਹੂ ਦੇ ਨਾਲ ਭਿੱਜੇ ਹੋਏ ਹਨ। ਸਾਰੇ ਸੂਰਮੇ ਤਕਰੀਬਨ 3 ਪਹਿਰਾਂ ਤੋਂ ਲਗਾਤਾਰ ਜੰਗ ਕਰ ਰਹੇ ਹਨ। 1 ਪਹਿਰ ਰਾਤ ਤੇ 2 ਪਹਿਰ ਤਕਰੀਬਨ ਦਿਨ ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਤੱਕ ਕਈ ਤਰ੍ਹਾਂ ਦੇ ਫੱਟ ਲੱਗਣ ਦੇ ਕਾਰਨ ਸਰੀਰ ਜਿਹੜੇ ਸਨ ਬਸਤਰ ਉਹ ਖੂਨ ਦੇ ਨਾਲ ਲੱਥ-ਪੱਥ ਹੋਏ ਹਨ। ਤੇ ਹੁਣ ਅਨੇਕਾਂ ਤਰ੍ਹਾਂ ਦੇ ਜਿਹੜੇ ਜਾਨਵਰ ਸਨ ਉਹ ਜੰਗਲ ਦੇ ਵਿੱਚੋਂ ਨਿਕਲ ਕੇ ਆ ਕਰਕੇ ਪਸ਼ੂ ਤੇ ਪੰਛੀ ਇਹ ਜਿਹੜੇ ਸਰੀਰਾਂ ਦੇ ਢੇਰ ਲੱਗੇ ਸਨ ਜਾਂ ਕੱਟ ਕੇ ਅੰਗ ਧਰਤੀ ਤੇ ਪਏ ਹਨ। ਕੁਝ ਪਸ਼ੂ ਤੇ ਕੁਝ ਪੰਛੀ ਇਹ ਅੰਗਾਂ ਨੂੰ ਚੁੱਕ ਕੇ ਜੰਗਲਾਂ ਵਾਲੇ ਪਾਸੇ ਦੌੜ ਰਹੇ ਹਨ, ਕੁਝ ਪੰਛੀ ਚੁੱਕ ਕੇ ਆਕਾਸ਼ ਵਾਲੇ ਪਾਸੇ ਜਾ ਰਹੇ ਹਨ ਤੇ ਕੁਝ ਜੀਵ ਆ ਕਰਕੇ ਖੂਨ ਪੀ ਰਹੇ ਹਨ। ਇਸੇ ਤਰ੍ਹਾਂ ਜੰਗ ਦਾ ਜਿਹੜਾ ਮਾਹੌਲ ਹੈ, ਲੋਥਾਂ ਦੇ ਸਰੀਰਾਂ ਦੇ ਢੇਰ ਲੱਗਣ ਕਰਕੇ ਇੱਕਦਮ ਬੜਾ ਜਿਹੜਾ ਉਹ ਡਰਾਵਣਾ ਬਣਿਆ ਹੋਇਆ ਹੈ
ਤੇ ਕਹਿਣ ਲੱਗੇ ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਇੱਕ ਦੂਜੇ ਦੇ ਉੱਪਰ ਤਗੜਾ ਹਮਲਾ ਕਰ ਰਹੇ ਸਨ। ਉਹ ਲਗ ਮੈਂ ਬਰਨੋ ਬਹੁ ਭਾਤਨ ਜੋ ਤੁਰਕਾਨ ਕੋ ਮਾਰਨ ਬੇਰਾ। ਤੇ ਕਵੀ ਜੀ ਇੱਥੇ ਲਿਖਦੇ ਹਨ, ਕਹਿਣ ਲੱਗੇ ਗੁਰੂ ਕੇ ਸੂਰਮਿਆਂ ਦੀ ਕਿਵੇਂ ਗੱਲ ਕਰੀਏ, ਜਿੰਨੀ ਬਹਾਦਰੀ ਦੇ ਨਾਲ ਗੁਰੂ ਕੇ ਯੋਧੇ ਲੜੇ ਹਨ। ਕਉ ਲਗ ਮੈਂ ਬਰਨੋ ਬਹੁ ਭਾਤਨ ਜਿਉ ਤੁਰਕਾਨ ਕੋ ਮਾਰਨ ਬੇੜਾ। ਕਹਿਣ ਲੱਗੇ ਕਿਵੇਂ ਮੈਂ ਉਹਨਾਂ ਦੀ ਸੂਰਬੀਰਤਾ ਨੂੰ ਬਿਆਨ ਕਰਾਂ, ਜਿਹੜੇ ਢੰਗ ਦੇ ਨਾਲ ਥੋੜੇ ਕੁ ਦਲ ਨੇ ਇੰਨੀ ਵੱਡੀ ਸੈਨਾ ਦਾ ਦੁਸ਼ਮਣਾਂ ਦਾ ਨਾਸ਼ ਕੀਤਾ ਹੈ। ਤੇ ਧਰਤੀ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਆਪਣੇ ਆਪ ਨੂੰ ਬਹੁਤ ਵੀਰ ਯੋਧੇ ਮਹਾਨ ਕਹਿਲਾਉਣ ਵਾਲੇ, ਜਿਨ੍ਹਾਂ ਨੇ ਕਦੇ ਆਪਣੇ ਸਰੀਰ ਦੇ ਨੇੜੇ ਵਾਰ ਲੱਗਣ ਨਹੀਂ ਸੀ ਦਿੱਤਾ ਕਈਆਂ ਜੰਗਾਂ ਦੇ ਵਿੱਚ, ਅੱਜ ਉਹਨਾਂ ਦੇ ਸਰੀਰ ਕੱਟੇ ਗਏ ਹਨ ਤੇ ਧਰਤੀ ਤੇ ਡਿੱਗੇ ਹਨ। ਤੇ ਕਹਿਣ ਲੱਗੇ ਕਿ ਐਸੇ ਮਾਹੌਲ ਦੇ ਵਿੱਚ ਡਰਾਵਨਾ ਜਿਹੜਾ ਸਮਾਂ ਹੈ ਉਹ ਬਣਿਆ ਹੋਇਆ ਹੈ। ਚਾਰੇ ਪਾਸੇ ਕਈਆਂ ਦੇ ਮਨ ਦੇ ਵਿੱਚ ਦੇਖ ਕੇ ਹੁਣ ਡਰ ਪੈਦਾ ਹੋ ਰਿਹਾ ਹੈ। ਐਸਾ ਭਿਆਨਕ ਜੰਗ ਦਾ ਨਜ਼ਾਰਾ ਬਣਿਆ ਹੈ। ਤੇ ਸਰੀਰਾਂ ਦੇ ਉੱਪਰ ਵਾਰ ਲੱਗਣ ਕਰ ਕਰਕੇ ਸਰੀਰਾਂ ਦੇ ਕਈ ਭਾਗ ਹੋ ਚੁੱਕੇ ਹਨ। ਕੋਈ ਤੁੰਡਾ ਹੋ ਗਿਆ, ਕੋਈ ਬਾਹਾਂ ਤੋਂ ਹੀਣਾ ਹੋ ਗਿਆ, ਕਿਸੇ ਦੀ ਲੱਤ ਕੱਟੀ ਗਈ ਹੈ। ਕਹਿਣ ਲੱਗੇ ਇਸ ਕਰਕੇ ਸੂਰਮੇ ਧਰਤੀ ਤੇ ਡਿੱਗੇ ਪਏ, ਕੁਰਲਾ ਰਹੇ ਹਨ, ਆਵਾਜ਼ਾਂ ਮਾਰ ਰਹੇ ਹਨ। ਇੱਧਰਲੇ ਪਾਸੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਬਹੁਤ ਵੱਡੀ ਗਿਣਤੀ ਦੇ ਯੋਧੇ ਔਰ ਸੂਰਮੇ ਮਾਰੇ ਗਏ ਹਨ ਜੰਗ ਦੇ ਮੈਦਾਨ ਦੇ ਵਿੱਚ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਭਾਈ ਲੱਖੂ ਜੀ, ਭਾਈ ਮੇਰਾ ਜੀ, ਭਾਈ ਅਮੀਆਂ ਜੀ ਔਰ ਅਨੇਕਾਂ ਹੋਰ ਗੁਰੂ ਕੇ ਯੋਧੇ ਜਿਹੜੇ ਅੱਗੇ ਹੋ ਕਰਕੇ ਲੜੇ, ਇਹਨਾਂ ਨੇ ਵੀ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਹੈ। ਤੇ ਧਰਤੀ ਦੇ ਉੱਪਰ ਕਈਆਂ ਥਾਵਾਂ ਤੇ ਲੋਥਾਂ ਦੇ ਜਿਹੜੇ ਢੇਰ ਅੰਗਾਂ ਦੇ ਲੱਗੇ ਪਏ ਹਨ। ਕਹਿਣ ਲੱਗੇ ਉਹਨਾਂ ਨੂੰ ਦੇਖ ਕੇ ਮਨ ਦੇ ਵਿੱਚ ਘਬਰਾਹਟ ਹੁੰਦੀ ਹੈ। ਹੁਣ ਕਾਲੇ ਖਾਨ ਦੇ ਕੋਲ ਇੱਕੋ ਜਰਨੈਲ ਬਚਿਆ ਹੋਇਆ ਸੀਗਾ, ਕੁਤਬ ਖਾਂ। ਉਹਨੂੰ ਵੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦਾ ਵੀ ਅੰਤ ਕਰ ਦਿੱਤਾ ਹੈ। ਹੁਣ ਕਿਸੇ ਨੂੰ ਅੱਗੇ ਲਾਉਣਾ ਹੈ, ਕੋਈ ਵੀ ਯੋਧਾ ਬਚਿਆ ਨਹੀਂ ਹੈ ਕਾਲੇ ਖਾਨ ਦੇ ਕੋਲ, ਕੇਵਲ ਫੌਜ ਦਾ ਮੁਖੀ ਰਹਿ ਗਿਆ ਹੈ। ਮੁੱਠੀ ਕੋ ਭਰ ਕੁਝ ਕੋਈ ਦੇ ਕੋਲ ਸੂਰਮੇ ਬਾਕੀ ਬਚੇ ਹਨ। ਹੁਣ ਇਹਨੇ ਜੰਗ ਦੇ ਮੈਦਾਨ ਦੇ ਵਿੱਚ ਜਿੱਤਣ ਦੀ ਆਸ ਜਿਹੜੀ ਹੈ ਉਹ ਬਿਲਕੁਲ ਛੱਡ ਦਿੱਤੀ ਹੈ ਕਿ ਭਾਈ ਜਿੱਤਿਆ ਤਾਂ ਹੁਣ ਜਾ ਹੀ ਨਹੀਂ ਸਕਦਾ, ਪਰ ਇਹ ਜ਼ਰੂਰ ਹੈ ਮਾਰਨ ਮਰਨੋ ਧਾਰ, ਅਸੀਂ ਮਾਰਨਾ ਤੇ ਮਰਨਾ ਜਿਹੜਾ ਹੈ ਉਹ ਹੁਣ ਧਾਰਿਆ ਹੋਇਆ। ਪਤਾ ਤਾਂ ਪਹਿਲਾਂ ਲੱਗ ਗਿਆ ਸੀਗਾ ਕਿ ਜੰਗ ਜਿੱਤਿਆ ਤਾਂ ਜਾਣਾ ਨਹੀਂ ਹੈ, ਪਰ ਮਾਰਾਂਗੇ ਤੇ ਜਾਂ ਮਰ ਜਾਵਾਂਗੇ, ਵਾਪਸ ਲਾਹੌਰ ਨਹੀਂ ਜਾਵਾਂਗੇ, ਆਪਣੀ ਵੰਸ਼ ਨੂੰ ਦਾਗ ਨਹੀਂ ਲਾਵਾਂਗੇ, ਕੁਲ ਨੂੰ ਦਾਗ ਨਹੀਂ ਲਾਵਾਂਗੇ, ਜੰਗ ਦੇ ਮੈਦਾਨ ਦੇ ਵਿੱਚ ਪਿੱਠ ਦੇ ਕੇ ਦੌੜਾਂਗੇ ਨਹੀਂ। ਕਾਲੇ ਖਾਂ ਤੇ ਕੁਤਬ ਖਾਨ ਨੇ ਇਹ ਪ੍ਰਣ ਕੀਤਾ ਹੈ। ਕੁਤਬ ਖਾਂ ਮਾਰਿਆ ਗਿਆ ਹੈ, ਹੁਣ ਕਾਲੇ ਖਾਂ ਅੱਗੇ ਵਧਿਆ ਹੈ। ਇਹ ਵੀ ਜਿਸ ਤਰ੍ਹਾਂ ਅੱਗੇ ਆ ਕਰਕੇ ਫਿਰ ਆਪਣੇ ਬਚੇ ਹੋਏ ਦਲ ਦੇ ਨਾਲ ਛੇਵੇਂ ਪਾਤਸ਼ਾਹ ਜੀ ਦਾ ਜਿਵੇਂ ਮੁਕਾਬਲਾ ਕਰੇਗਾ ਤੇ ਸਤਿਗੁਰੂ ਜੀ ਕਿਵੇਂ ਫਿਰ ਇਹਦਾ ਵੀ ਅੰਤ ਕਰਕੇ ਜੰਗ ਜਿੱਤਦੇ ਹਨ ਤੇ ਖੁਸ਼ੀਆਂ ਦੇ ਨਗਾਰੇ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਚੌਥੀ ਜੰਗ ਦੇ ਬਾਅਦ ਵਿੱਚ ਜਿਸ ਤਰ੍ਹਾਂ ਵੱਜਦੇ ਹਨ, ਅਗਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਇਤਿਹਾਸ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਇਤਿਹਾਸ ਸਰਵਣ ਕਰ ਰਹੇ ਹੋ। ਕਥਾ ਵਿਚਾਰਾਂ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਔਰ ਸੰਗਤ ਬਖਸ਼ਣਹਾਰ ਹੈ, ਹੋਈਆਂ ਭੁੱਲਾਂ ਦੀ ਖਿਮਾ। ਆਓ ਸਰਬੱਤ ਦੇ ਭਲੇ ਵਾਸਤੇ, ਜਗਤ ਜਲੰਦੇ ਦੀ ਚੜ੍ਹਦੀ ਕਲਾ ਵਾਸਤੇ ਕੁਝ ਕੁ ਸਮਾਂ ਆਪਾਂ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਭਾਵਨਾ ਸਹਿਤ ਆਪਣੀ ਰਸਨਾ ਨੂੰ ਸਫਲਾ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।